ਇੱਕ ਵਾਰ ਫਿਰ ਤੋਂ ਹਾਜ਼ਰੀ ਜੀ ਤੁਹਾਡੇ ਸਾਰਿਆਂ ਨਾਲ ਪ੍ਰੋਗਰਾਮ ਪ੍ਰਾਈਮ ਹੈਲਥ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਕੋਸ਼ਿਸ਼ ਸਾਡੀ ਇਹੋ ਹੀ ਹੁੰਦੀ ਆ ਵੀ ਸਿਹਤ ਬਚਾ ਲਈਏ। ਵੈਸੇ ਤਾਂ ਆਪਾਂ ਬਚਾਉਣ ਨੂੰ ਕਈ ਕੁਛ ਪੰਡਾਂ ਚੁੱਕੀ ਫਿਰਦੇ ਰਹੇ ਨੇ ਦਿਮਾਗ ਦੇ ਵਿੱਚ, ਮੈਂ ਆਹ ਕਰਨਾ, ਮੈਂ ਉਹ ਕਰਨਾ, ਮੈਂ ਇੱਦਾਂ ਵੀ ਕਰ ਦੇਣਾ, ਮੈਂ ਉੱਦਾਂ ਵੀ ਕਰ ਦੇਣਾ ਹੀ। ਫਿਰ ਜਦੋਂ ਬੰਦਾ ਤੁਰ ਜਾਂਦਾ ਫਿਰ ਮਗਰਲੇ ਕਹਿੰਦੇ ਵੀ ਹੁਣ ਫਿਰ ਕਿੱਦਾਂ ਕਰਨੀ। ਸੋ ਇਸ ਕਰਕੇ ਲੰਮੀ ਉਮਰ ਹੋਵੇ, ਇਸ ਕਰਕੇ ਆਪਣਾ ਜਿਹੜਾ ਸਰੀਰ ਹੈ ਉਹਦੀ ਸੰਭਾਲ ਬੜੀ ਜ਼ਰੂਰੀ ਹੈ। ਅਤੇ ਇਹ ਗੱਲਾਂ ਹੀ ਡਿਸਕਸ ਕਰਨ ਦੇ ਲਈ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਹਰ ਹਫ਼ਤੇ ਸਾਂਝ ਪਾਉਂਦੇ ਹਾਂ। ਨਾਲ ਆਪਣੇ ਡਾਕਟਰ ਹਰੀਦਮਨ ਸਿੰਘ ਮਾਲ ਹੋਰੀ ਨੇ। ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਾਈਮ ਏਸ਼ੀਆ 'ਤੇ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਡਾਕਟਰ ਸਾਹਿਬ ਗੱਲ ਇਹ ਆ ਕਿ ਵੀ ਅੱਜ ਵੀ ਫਿਰ 5-7 ਬਿਮਾਰੀਆਂ ਦੇ ਬਾਰੇ 'ਚ ਗੱਲਬਾਤ ਕਰਾਂਗੇ। ਬਿਮਾਰੀਆਂ ਵੀ ਆਪਾਂ ਉਹੀ ਗੱਲਾਂ ਕਰਦੇ ਹਾਂ ਜਿਹੜੀਆਂ ਹਰ ਦੂਜੇ ਨਹੀਂ ਅਤੇ ਤੀਜੇ ਬੰਦੇ ਨੂੰ ਮੁਸ਼ਕਿਲ ਤਾਂ ਹੈਗੀ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ। ਅਤੇ ਜੇ ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਨੀ ਚਾਹਵਾਂ ਤਾਂ ਉਹ ਇਹ ਹੈ ਕਿ ਜੀ ਕਈ ਵਾਰ ਇਹ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਦਰਦ ਜਿਹੜੀ ਹੈ ਜੀ ਉਹ ਲੱਤਾਂ ਦੁਖਣ ਲੱਗਦੀਆਂ, ਕੋਈ ਕਹਿੰਦਾ ਪਿੰਜਣੀਆਂ ਦੁਖਦੀਆਂ, ਕੋਈ ਕਹਿੰਦਾ ਪੱਟ ਦੁਖਦੇ ਨੇ, ਕਿਸੇ ਨੂੰ ਲੱਕ 'ਚ ਦਰਦ ਹੋਣ ਲੱਗ ਪੈਂਦੀ, ਕਿਸੇ ਦੀਆਂ ਬਾਹਾਂ ਦੁਖਣ ਲੱਗ ਜਾਂਦੀਆਂ, ਕੋਈ ਕਹਿੰਦਾ ਮੈਨੂੰ ਨੱਪਿਆਂ ਘੁੱਟਿਆਂ ਆਰਾਮ ਆਉਂਦਾ, ਕੋਈ ਕਹਿੰਦਾ ਜੀ ਵੀ ਮੈਂ ਜੇ ਬੰਨ੍ਹ ਕੇ ਸੌਂ ਜਾਵਾਂ ਤਾਂ ਫਿਰ ਮੈਨੂੰ ਆਰਾਮ ਆ ਜਾਂਦਾ। ਇਹਦਾ ਕਾਰਨ ਕੀ ਆ ਅਤੇ ਇਹਦਾ ਹੱਲ ਕੀ ਹੈ ਜੀ? ਇਹ ਦਰਦਾਂ ਕਿਉਂ ਹੁੰਦੀਆਂ ਸਰੀਰ 'ਚ? ਦਰਦਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਇਹਦੀ ਬੜੀ ਲੰਬੀ ਕਹਾਣੀ ਆ। ਜੇ ਮੈਂ ਸਿਰ ਦੀ ਦਰਦ ਤੋਂ ਸ਼ੁਰੂ ਕਰਾਂ ਤੇ ਸਿਰ ਦੀ ਦਰਦ ਜਿਹੜੀ ਆ ਬਹੁਤ ਵਾਰੀ ਮਾਈਗ੍ਰੇਨ ਤੋਂ ਹੋ ਜਾਂਦੀ ਆ, ਬਹੁਤ ਵਾਰੀ ਬਲੱਡ ਪ੍ਰੈਸ਼ਰ ਵਧਿਆ ਹੋਵੇ, ਲਗਾਤਾਰ ਵਧਿਆ ਰਹੇ, ਉਹਦੇ ਤੋਂ ਹੋ ਜਾਂਦੀ ਹੈ। ਬਲੱਡ ਪ੍ਰੈਸ਼ਰ ਘਟਿਆ ਹੋਵੇ ਤਾਂ ਉਹਦੀ ਦਰਦ ਥੋੜੀ ਜਿਹੀ ਡਿਫਰੈਂਟ ਹੁੰਦੀ ਹੈ, ਦਰਦ ਉਹਦੀ ਵੀ ਹੁੰਦੀ ਹੈ। ਉਸ ਤੋਂ ਬਾਅਦ ਤੁਸੀਂ ਹੇਠਾਂ ਉਤਰਦੇ ਆਓ, ਕਈ ਵਾਰੀ ਉਂਗਲਾਂ ਹੱਥਾਂ ਦੀਆਂ ਉਹਨਾਂ ਦੇ ਜੋੜਾਂ 'ਚ ਦਰਦ ਆ ਜਾਂਦੀ, ਗੁੱਟ ਕੂਣੀਆਂ ਮੋਢੇ ਦੁਖਦੇ ਆ ਜੀ। ਕਈ ਵਾਰੀ ਛੋਟੇ ਜੋੜਾਂ ਨੂੰ ਛੱਡ ਦਈਏ ਤੇ ਵੱਡੇ ਜੋੜ ਦੁਖਦੇ ਆ, ਜਿਨ੍ਹਾਂ ਵਿੱਚ ਗੋਡੇ ਹੋ ਗਏ, ਮੋਢੇ ਹੋ ਗਏ। ਇਹ ਦਰਦਾਂ ਨੇ ਜਿਹੜੀਆਂ ਜੋੜਾਂ ਦੀਆਂ ਦਰਦਾਂ ਨੇ। ਉਸ ਤੋਂ ਬਿਨਾ ਨਿਊਰੋਮਸਕੂਲਰ ਪੇਨਸ, ਖੱਬਾ ਪਾਸਾ ਸੱਜੇ ਨੂੰ ਕੀਤਾ ਤਾਂ ਦੁਖਦਾ ਆ, ਖੱਬਾ ਸੱਜੇ ਨੂੰ ਕੀਤਾ ਤਾਂ ਦੁਖਦਾ ਹੈ। ਲੱਤਾਂ ਦੀਆਂ ਦਰਦਾਂ, ਪਿੰਜੀਆਂ ਦੁਖਦੀਆਂ ਆ। ਦਰਦਾਂ ਨਿਊਰੋਮਸਕੂਲਰ ਸਾਰੇ ਸਰੀਰ 'ਚ ਦਰਦਾਂ ਹੁੰਦੀਆਂ ਹੀ ਰਹਿੰਦੀਆਂ ਆ, ਉਹਦੇ ਪਿੱਛੇ ਕੋਈ ਤਾਂ ਕਾਰਨ ਨੇ ਜੀ। ਸੋ ਕਾਰਨ ਜਿਹੜੇ ਆ, ਜਦੋਂ ਅਸੀਂ ਇਹ ਕਹਿੰਦੇ ਆ ਲੈਟ ਫੂਡ ਬੀ ਯੂਰ ਮੈਡੀਸਨ, ਤੇ ਉਸ ਵੇਲੇ ਮੋਟੇ ਤੌਰ ਤੇ ਸਾਡੇ ਕੋਲ ਆਹਾਰ ਦੇ ਵਿੱਚ, ਜਿਹਨੂੰ ਅਸੀਂ ਭੋਜਨ ਕਹਿੰਦੇ ਆ, ਭੋਜਨ ਦੇ ਵਿੱਚ ਹੁੰਦਾ ਖਾਣਾ ਪੀਣਾ ਤੇ ਸੁੰਘਣਾ। ਮੈਂ ਖਾਣ ਦੀ ਗੱਲ ਕਰਨਾ, ਪੀਣ ਤੇ ਸੁੰਘਣ ਦੀ ਵੀ ਗੱਲ ਕਰਾਂਗੇ। ਖਾਣ ਦੇ ਵਿੱਚ ਜਦੋਂ ਵੀ ਦਰਦਾਂ ਨੇ, ਕਿਸੇ ਵੀ ਕਿਸਮ ਦੀ ਦਰਦ ਹੈ, ਉਹਦੇ ਲਈ ਜ਼ਿੰਮੇਵਾਰ ਜਿਹੜਾ ਭੋਜਨ ਹੈ ਉਹ ਆਯੁਰਵੈਦਿਕ ਕਨਸੈਪਟ ਦੇ ਮੁਤਾਬਕ ਵਾਤ, ਵਾਈ ਵਾਲੀਆਂ ਚੀਜ਼ਾਂ, ਵਾਈ ਵਾਲੀਆਂ ਚੀਜ਼ਾਂ ਅਸੀਂ ਉਹ ਕਹਿੰਦੇ ਆ, ਉਹ ਭੋਜਨ ਹੈ ਜਿਹੜਾ ਸਾਡੇ ਸਰੀਰ ਦੇ ਵਿੱਚ ਹਵਾ ਤੇ ਪਾਣੀ ਦੀ ਰਿਟੈਂਸ਼ਨ ਕਰਦਾ ਹੈ। ਲੇਕਿਨ ਤੇਜ਼ਾਬ ਦੀ ਬਹੁਤਾਤ, ਐਸਿਡ ਤੇ ਅਲਕਲੀ ਦਾ ਕੁਦਰਤ ਨੇ ਬਣਾਇਆ ਹੋਇਆ ਤਵਾਜ਼ਨ ਹੈ, ਜਦੋਂ ਉਹ ਟੁੱਟ ਕੇ ਤੇਜ਼ਾਬੀ ਮਾਦਾ ਜ਼ਿਆਦਾ ਹੋ ਜਾਂਦਾ ਹੈ ਤੇ ਉਹ ਦਰਦਾਂ ਹੋਰ ਵੱਧ ਜਾਂਦੀਆਂ ਜੀ। ਹੁਣ ਅਸੀਂ ਕੀ ਕਰਨਾ, ਇਹਦੇ ਚ ਪ੍ਰੀਵੈਂਟਿਵ ਕੀ ਆ ਤੇ ਕਿਊਰੇਟਿਵ ਕੀ ਹੈ? ਲੈਟ ਫੂਡ ਬੀ ਯੂਰ ਮੈਡੀਸਨ। ਅਸੀਂ ਤੇ ਇੰਨੀ ਕੀ ਗੱਲ ਕਰਨੀ ਹੈ। ਅਗਲੀਆਂ ਗੱਲਾਂ ਜਿਹੜੀਆਂ ਦਵਾਈ ਦੀਆਂ ਫਾਰਮੂਲੇਸ਼ਨ ਡੂੰਘੀਆਂ, ਉਹ ਤੇ ਡਾਕਟਰਸ ਦੀਆਂ, ਉਹ ਤਾਂ ਸਪੈਸ਼ਲਿਸਟ ਦੀਆਂ। ਸੋ ਅਸੀਂ ਤੁਹਾਨੂੰ ਐਜੂਕੇਟ ਕਰਨਾ ਹੈ ਕਿ ਤੁਸੀਂ ਆਪਣੀ ਬਿਮਾਰੀ ਦਾ, ਆਪਣੇ ਦੁੱਖ ਤਕਲੀਫ ਦਾ ਪ੍ਰਬੰਧ ਤੁਸੀਂ ਆਪ ਕਿਵੇਂ ਕਰਨਾ ਹੈ। ਤੇ ਉਹ ਕਰਨਾ ਵੀ ਤੁਸੀਂ ਰਸੋਈ ਚੋਂ ਆ, ਕਰਨਾ ਵੀ ਤੁਸੀਂ ਭੋਜਨ ਚੋਂ ਆ, ਜਾਂ ਖਾਣ ਪੀਣ ਦੀਆਂ ਆਦਤਾਂ 'ਚ ਪਿਆ ਆ, ਜਾਂ ਖਾਣ ਪੀਣ 'ਚ ਪਿਆ ਆ, ਜਾਂ ਤੁਹਾਡੇ ਭੋਜਨ ਦੇ ਸਟਫ 'ਚ ਪਿਆ ਹੈ। ਬਹੁਤ ਵਾਰੀ ਅਸੀਂ ਖਾਣ ਦੀਆਂ ਆਦਤਾਂ ਦੀ ਵੀ ਗੱਲ ਕਰਦੇ ਹਾਂ। ਤੁਹਾਡੇ ਸਵਾਦ ਖਾਸ ਕਿਸਮ ਦੇ ਨੇ, ਤੁਹਾਡੀ ਖਾਣ ਦੀ ਆਦਤ ਤੁਹਾਡੀ ਆਪਣੀ ਹੈ। ਖਾਣਾ ਪਚਿਆ ਨਹੀਂ ਪਚਿਆ, ਇਹ ਤੁਹਾਡੀ ਆਪਣੀ ਆਦਤ ਹੈ। ਇਹ ਸਾਰਾ ਆਦਰਸ਼ਕ ਹੋਣਾ ਚਾਹੀਦਾ, ਇਹ ਸਾਰਾ ਸਹੀ ਹੋਣਾ ਚਾਹੀਦਾ। ਸੋ ਇਹਦੇ ਵਿੱਚ ਜਿਹੜਾ ਪ੍ਰੀਵੈਂਟਿਵ ਆ, ਉਹਦੇ 'ਚ ਹੈਗਾ ਕਿ ਵਾਈ ਚੀਜ਼ਾਂ, ਜਿਨ੍ਹਾਂ ਦੀ ਮੈਂ ਅਕਸਰ ਲਿਸਟ ਗਣਾਉਂਦਾ ਰਹਿਣਾ ਹੈ, ਜਿਹੜੇ ਸਾਰੇ ਹੀ ਸਵਾਦਿਸ਼ਟ ਭੋਜਨ ਨੇ, ਜਿਨ੍ਹਾਂ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ ਚੱਲਦਾ, ਉਹਨਾਂ ਤੋਂ ਬਚਣਾ ਹੁੰਦਾ, ਉਹਨਾਂ ਦਾ ਪਰਹੇਜ਼ ਕਰਨਾ ਹੁੰਦਾ ਹੈ। ਤਾਂ ਹੀ ਅਸੀਂ ਕਹਿੰਦੇ ਹਾਂ ਬਚਾਓ 'ਚ ਬਚਾਓ ਆ, ਜਾਂ ਅਸੀਂ ਇਹ ਕਹਿੰਦੇ ਹਾਂ ਕਿ ਪਰਹੇਜ਼ ਅੱਧਾ ਇਲਾਜ ਹੁੰਦਾ ਹੈ ਜੀ ਜੀ। ਜਾਂ ਪਰਹੇਜ਼ ਜਿਹੜਾ ਆ ਉਹੀ ਤੁਹਾਡਾ ਇਲਾਜ ਹੈ। ਸੋ ਉਹ ਪਰਹੇਜ਼ ਕਿਹੜੇ ਆ? ਦਰਦਾਂ ਵਾਲਿਆਂ ਦੀ ਗੱਲ ਕਰਨਾ ਹੈ ਕਿ ਵਾਈ ਚੀਜ਼ਾਂ ਤੇ ਠੰਡੀਆਂ ਚੀਜ਼ਾਂ ਤੋਂ ਬਚੋ, ਜਿਹਦੇ ਵਿੱਚ ਚੌਲ, ਆਲੂ, ਮਾਂ, ਰਾਜਮਾ, ਕੜੀ, ਸਫੇਦ ਚਨੇ ਤੇ ਬਈਆਂ ਦਾਲਾਂ।
ਜੀ ਇਹ ਵਾਈ ਕੰਟੈਂਟ ਆ ਜਾਂਦਾ ਆ। ਤੇ ਅੱਗੇ ਵੀ ਅਸੀਂ ਗੱਲਾਂ ਕਰਦੇ ਰਹੇ ਹਾਂ ਕਿ ਵਾਈ ਨੂੰ ਨਿਊਟਰਲ ਕਰਨ ਵਾਸਤੇ ਅਸੀਂ ਗਰਮ ਮਸਾਲਾ ਬਣਾਇਆ, ਵਾਈ ਨੂੰ ਨਿਊਟਰਲ ਕਰਨ ਵਾਸਤੇ ਸਬਜ਼ੀ ਭਾਜੀ ਬਣਾਉਂਦੇ ਆ ਜਿਹਦੇ ਚ ਲਸਣ ਪਿਆਜ਼ ਅਦਰਕ ਟਮਾਟਰ ਪਾਉਣੇ ਆ। ਉਹ ਵਾਈ ਦਾ ਕੰਟੈਂਟ ਨਿਊਟਰਲ ਕਰਨ ਵਾਸਤੇ ਹੈ। ਸੋ ਇੱਕ ਤੇ ਵਾਈ ਚੀਜ਼ਾਂ ਤੋਂ ਬਚਣਾ ਆ, ਦੂਸਰੀਆਂ ਖੱਟੀਆਂ ਤੇ ਠੰਡੀਆਂ ਚੀਜ਼ਾਂ ਤੋਂ ਬਚਣਾ, ਖਾਸ ਕਰਕੇ ਜਿਹੜੀਆਂ ਮੈਨ ਮੇਡ ਨੇ। ਕੁਦਰਤ ਦੇ ਬਣਾਏ ਹੋਏ ਫਲ ਫਰੂਟ ਕਿਸੇ ਹੱਦ ਤੱਕ ਚੱਲਦੇ ਆ, ਲੇਕਿਨ ਬਹੁਤ ਵਾਰੀ ਅਸੀਂ ਆਪ ਇਹੋ ਜਿਹੀਆਂ ਚਟਣੀਆਂ ਬਣਾਈਆਂ ਹੋਈਆਂ ਜਿਹੜੀਆਂ ਬਹੁਤ ਖੱਟੀਆਂ ਮੈਨ ਮੇਡ ਨੇ, ਉਹਨਾਂ ਤੋਂ ਬਚੋ। ਖੱਟੀ ਤੇ ਠੰਡੀ ਚੀਜ਼ ਤੇ ਵਾਈ ਚੀਜ਼ ਦਾ ਤੁਹਾਡਾ ਪਰਹੇਜ਼ ਰਹੇਗਾ। ਜੀ ਹੁਣ ਅਸੀਂ ਦੂਸਰੇ ਪਾਸੇ ਕਰਨਾ ਕੀ ਹੈ ਕਿ ਜਦੋਂ ਅਸੀਂ ਇਹ ਕਹਿੰਦੇ ਆ ਕਿ ਵਾਈ ਦਾ ਮਤਲਬ ਹੈ ਤੁਹਾਡੇ ਸਰੀਰ ਦੇ ਵਿੱਚ ਹਵਾ ਤੇ ਪਾਣੀ ਇਕੱਠਾ ਹੋ ਗਿਆ, ਹਵਾ ਤੇ ਪਾਣੀ ਦੀ ਰਿਟੈਂਸ਼ਨ ਹੋ ਗਈ ਹੈ। ਹੁਣ ਉਹਦਾ ਪ੍ਰਬੰਧ ਕੀ ਕਰਨਾ ਹੈ? ਸਾਨੂੰ ਗਰਮ ਤਸੀਰ ਦੀਆਂ ਚੀਜ਼ਾਂ ਲੈਣੀਆਂ ਹੋਣਗੀਆਂ। ਜਿਵੇਂ ਭੋਜਨ 'ਚ ਮੈਂ ਗਰਮ ਮਸਾਲਿਆਂ ਦੀ ਤੇ ਲਸਣ ਪਿਆਜ਼ ਅਦਰਕ ਟਮਾਟਰ ਦੀ ਗੱਲ ਕੀਤੀ ਹੈ, ਲੇਕਿਨ ਦੋ ਚੀਜ਼ਾਂ, ਇੱਕ ਤ੍ਰੀ ਕਟੂ ਆ, ਇੱਕ ਤ੍ਰੀ ਮਧੂ ਆ। ਕਟੂ ਦਾ ਮਤਲਬ ਕੌੜਾ ਤੇ ਮਧੂ ਦਾ ਮਤਲਬ ਮਿੱਠਾ। ਤਾਂ ਉਹ ਮਿੱਠੀਆਂ ਚੀਜ਼ਾਂ ਕਿਹੜੀਆਂ? ਤ੍ਰੀ ਕਟੂ ਦਾ ਅਸੀਂ ਬੜਾ ਜ਼ਿਕਰ ਕੀਤਾ, ਅੱਜ ਫੇਰ ਕਰ ਦੂੰਗਾ। ਤ੍ਰੀ ਮਧੂ, ਤਿੰਨ ਮਿੱਠੀਆਂ ਚੀਜ਼ਾਂ ਕਿਹੜੀਆਂ ਹੈ ਜਿਹੜੀਆਂ ਤੁਹਾਨੂੰ ਮਿਰੇਕਲਸਲੀ, ਜਿਹੜੀਆਂ ਦਰਦਾਂ ਹੁੰਦੀਆਂ ਕਿ ਪਿੰਨੀਆਂ ਦੇ ਉੱਤੇ ਕੱਪੜਾ ਬੰਨ ਲਓ ਜੀ, ਰਾਤ HP ਲੜਦੀ ਹੈ ਜੀ, ਰਾਤ ਪਰੇਸ਼ਾਨੀ ਹੁੰਦੀ ਹੈ, ਖਿੱਚ ਪੈਂਦਾ, ਕਚਾ ਪੈਂਦਾ, ਉਹ ਕਿਵੇਂ ਤੁਸੀਂ ਹੱਲ ਕਰਨਾ ਹੈ? ਉਹ ਤਿੰਨ ਮਿੱਠੀਆਂ ਚੀਜ਼ਾਂ, ਉਹਦੀ ਫਾਰਮੂਲੇਸ਼ਨ ਨਾਲ ਹੀ ਦੱਸ ਦੇਣਾ ਹੈ ਕਿ ਇੱਕ ਅੰਜੀਰ ਸੁੱਕਾ ਜੀ, 2 ਛੁਹਾਰੇ ਡਰਾਈ ਡੇਟਸ ਤੇ 5 ਮੁਨੱਕੇ ਜਿਹਨੂੰ ਅਸੀਂ ਬਲੈਕ ਰੇਜ਼ਨਸ ਕਹਿੰਦੇ ਹਾਂ। ਇੱਕ ਅੰਜੀਰ, 2 ਛੁਹਾਰੇ, 5 ਮੁਨੱਕੇ। ਜਦੋਂ ਅਸੀਂ ਸਪੈਸੀਫਿਕ ਖਾਸ ਮਿਕਦਾਰ ਦੇ ਵਿੱਚ ਚੀਜ਼ਾਂ ਨੂੰ ਪਾ ਲੈਂਦੇ ਆ ਤੇ ਕਿਸ ਤਰ੍ਹਾਂ ਤੁਹਾਡਾ ਭੋਜਨ ਤੁਹਾਡੀ ਦਵਾਈ ਬਣ ਜਾਂਦਾ। ਫਿਰ ਇਹਨੂੰ ਤੁਸੀਂ ਦੁੱਧ ਦੇ ਵਿੱਚ ਉਬਾਲਣਾ, ਜਿੰਨਾ ਦੁੱਧ ਪੀਣਾ ਆ ਉਹ ਲੈ ਕੇ ਉਹਦੇ ਵਿੱਚ ਇੱਕ ਅੰਜੀਰ, 2 ਛੁਹਾਰੇ, 5 ਮੁਨੱਕੇ ਉਬਾਲ ਲਓ ਚੰਗੀ ਤਰ੍ਹਾਂ। ਮਿੱਠਾ ਨਹੀਂ ਪਾਉਣਾ, ਖੰਡ ਨਹੀਂ ਪਾਉਣੀ, ਕਿਉਂਕਿ ਦਰਦਾਂ ਦੇ ਵਿੱਚ ਅਸੀਂ ਖੰਡ ਨੂੰ ਬੜਾ ਜ਼ਿੰਮੇਵਾਰ ਮੰਨਦੇ ਹਾਂ। ਇਸ ਕਰਕੇ ਸ਼ੂਗਰ ਐਂਡ ਸ਼ੂਗਰੀ ਸਟਫ ਅਵੋਇਡ ਕਰੋ। ਔਰ ਉਬਾਲਣ ਤੋਂ ਬਾਅਦ ਤੁਸੀਂ ਦੁੱਧ ਪੀ ਲੈਣਾ ਹੈ, ਲੇਕਿਨ ਜੋ ਬਚ ਗਿਆ ਪਿੱਛੇ ਉਹ ਵੀ ਨਰਮ ਹੋ ਜਾਂਦਾ, ਉਹਨੂੰ ਵੀ ਖਾ ਲੈਣਾ, ਸਵਾਦ ਵੀ ਬੜਾ ਹੋ ਜਾਂਦਾ। ਦੁੱਧ ਵੀ ਸਵਾਦ ਹੋ ਜਾਏਗਾ, ਬਾਅਦ ਚ ਜਿਹੜਾ ਮੁਨੱਕਾ ਛੁਹਾਰਾ ਬਚ ਗਿਆ ਉਹ ਵੀ ਖਾ ਲੈਣਾ। ਇਹ ਕੰਮ 1 ਤੋਂ 2 ਵਾਰੀ ਕਰ ਸਕਦੇ ਹੋ। ਜਿਨ੍ਹਾਂ ਦੇ ਜ਼ਿਆਦਾ ਪ੍ਰੋਬਲਮ ਆ, ਉਮਰਾਂ ਵਡੇਰੀਆਂ ਨੇ, ਉਹ ਤਾਂ ਸਵੇਰੇ ਸ਼ਾਮ ਕਰ ਸਕਦੇ ਆ, ਲੇਕਿਨ ਅਜੇ ਯੰਗ ਏਜ ਦੇ ਵਿੱਚ ਹੀ ਇਹ ਪ੍ਰੋਬਲਮਸ ਹੈਗੀਆਂ ਤੇ ਫਿਰ ਤੁਸੀਂ ਰਾਤੀ ਸੌਣ ਲੱਗਿਆਂ ਇਹ ਕੰਮ ਜ਼ਰੂਰ ਕਰ ਲਓ। ਤੁਹਾਡਾ ਆਖਰੀ ਭੋਜਨ ਹੈ ਜਿਹੜਾ ਰੋਟੀ ਪਾਣੀ ਖਾਣ ਤੋਂ ਬਾਅਦ, ਉਹ ਇਹ ਹੋਣਾ ਚਾਹੀਦਾ ਹੈ ਜਿਹਦੇ ਨਾਲ ਤੁਸੀਂ ਬਹੁਤ ਸਾਰੀਆਂ ਦਰਦਾਂ ਤੋਂ ਨਿਜਾਤ ਪਾ ਸਕਦੇ ਹੋ। ਤੇ ਇੱਥੇ ਕਿਉਂਕਿ ਪਹਿਲਾਂ ਵੀ ਜ਼ਿਕਰ ਕਰਦਾ ਰਿਹਾ, ਮੈਂ ਜ਼ਿਕਰ ਕਰਦਾ ਹੀ ਜਾਵਾਂ ਕਿ ਤ੍ਰੀ ਕਟੂ ਵੀ ਬਹੁਤ ਵੱਡਾ, ਕਿਸੇ ਕਿਸਮ ਦੀਆਂ ਦਰਦਾਂ ਹੋਣ, ਜਦੋਂ ਅਸੀਂ ਬੜੀ ਵਾਰੀ ਗੱਲ ਕੀਤੀ ਹੈ, ਚਾਹੇ ਉਹ ਸਾਈਨੋਸਾਈਟਸ ਹੈ, ਚਾਹੇ ਛਾਤੀ ਦੇ ਵਿੱਚ ਬਲਗਮ ਹੈ। ਇਸ ਵੇਲੇ ਤਾਂ ਵੈਸੇ ਹੀ ਨਮੂਨੀਆ ਔਰ ਛਾਤੀ ਦੇ ਰੋਗ ਜਿਹੜੇ ਆ ਉਹ ਬਹੁਤ ਜ਼ਿਆਦਾ ਵਧੇ ਹੋਏ ਨੇ। ਉਹਨਾਂ ਦੇ ਵਾਸਤੇ ਜੋੜਾਂ ਦੀਆਂ ਦਰਦਾਂ ਜਾਂ ਨਿਊਰੋਮਸਕੂਲਰ ਪੇਨਸ ਨੇ, ਕਿਸੇ ਵੀ ਕਿਸਮ ਦੀਆਂ ਸਰੀਰਕ ਦਰਦਾਂ ਨੇ, ਉਹਨਾਂ ਦੇ ਵਿੱਚ ਤ੍ਰੀ ਕਟੂ ਦਾ ਬਹੁਤ ਵੱਡਾ ਰੋਲ ਆ। 3 ਕੌੜੀਆਂ ਚੀਜ਼ਾਂ ਉਹ ਵੀ ਸਾਡੇ ਭੋਜਨ 'ਚ ਨੇ, ਕਿਉਂਕਿ ਅਸੀਂ ਟੀਚ ਪ੍ਰੀਚ ਇਹ ਕਰਦੇ ਹਾਂ ਕਿ ਲੈਟ ਯੂਅਰ ਫੂਡ ਬੀ ਯੂਅਰ ਮੈਡੀਸਨ। ਉਹ 3 ਚੀਜ਼ਾਂ ਦੇ ਵਿੱਚ ਕਿਹੜੀਆਂ ਨੇ? ਕਾਲੀ ਮਿਰਚ ਹੈ, ਮਗਾਂ ਤੇ ਸੁੰਡ। ਕਾਲੀ ਮਿਰਚ ਬਲੈਕ ਪੈਪਰ ਹੈ, ਮਗਾਂ ਲੌਂਗ ਪੈਪਰ ਹੈ, ਤੇ ਸੁੰਡ ਜਿਹੜੀ ਆ ਉਹ ਡਰਾਈ ਜਿੰਜਰ ਹੈ। ਤਿੰਨੇ ਇਕੁਅਲ ਮਾਤਰਾ 'ਚ ਲੈ ਕੇ ਇਹਨੂੰ ਪੀਸ ਲਓ, ਇਹਦਾ ਪਾਊਡਰ ਬਣ ਗਿਆ। ਪਾਊਡਰ ਬਣਨ ਤੋਂ ਬਾਅਦ ਜਿੰਨਾ ਪਾਊਡਰ ਬਣ ਗਿਆ ਤਿੰਨਾਂ ਚੀਜ਼ਾਂ ਦਾ, ਉਨਾ ਹੀ ਮੁਨੱਕਾ ਪਾ ਲੈਣਾ। ਮੁਨੱਕਾ ਬਲੈਕ ਰੇਜ਼ਨ ਹੁੰਦਾ, ਸੀਡ ਕੱਢ ਕੇ ਸੁੱਟ ਦਿਓ ਤੇ ਨਿੱਕੇ ਨਿੱਕੇ ਛੁਰੀ ਦੇ ਨਾਲ ਉਹਦੇ ਟੁਕੜੇ ਕਰ ਦਿਓ ਤਾਂ ਕਿ ਉਹਦਾ ਪਲਪ ਬਾਹਰ ਆ ਜਾਏ। ਉਹਦੇ ਪਲਪ ਦੇ ਨਾਲ ਇਹ ਸਾਰਾ ਪਾਊਡਰ ਜਿਹੜਾ ਆ ਉਹ ਇੱਕ ਗੋੜਾ ਜਿਹਾ ਬਣ ਜਾਏਗਾ। ਤੇ ਗੋਲੀਆਂ ਵੱਟ ਲਓ ਮਟਰਾਂ ਦੇ ਦਾਣੇ ਜਿੰਨੀਆਂ, 2 ਸਵੇਰੇ, 2 ਦੁਪਹਿਰੇ, 2 ਰਾਤੀ। ਲੇਕਿਨ ਇਹਦਾ ਅਨੁਪਾਨ ਕੀ ਆ? ਕਾਹਦੇ ਨਾਲ ਲੈਣਾ ਆ? ਗੋਲਡਨ ਮਿਲਕ ਦੇ ਨਾਲ। ਉਹੀ ਹਲਦੀ ਵਾਲਾ ਦੁੱਧ, ਉਹ ਸਵੇਰੇ ਸ਼ਾਮ ਤੇ ਜ਼ਰੂਰ ਹੀ ਲਓ, ਲੇਕਿਨ ਉਹਦੀ ਮਿਕਦਾਰ ਜਿਹੜੀ ਆ ਅੱਧਾ ਟੀਸਪੂਨ ਫੁੱਲ ਸਵੇਰੇ, ਅੱਧਾ ਟੀਸਪੂਨ ਫੁੱਲ ਸ਼ਾਮੀ। ਉਹ ਬਹੁਤ ਸਾਰੀਆਂ ਬਿਮਾਰੀਆਂ, ਬਹੁਤ ਸਾਰੀਆਂ ਐਗਨੀਜ਼, ਬਹੁਤ ਸਾਰਾ ਦੁੱਖ ਤਕਲੀਫ ਉਹ ਉਹਦੇ ਨਾਲ ਹਰਨ ਹੁੰਦਾ ਹੈ। ਤਾਂ ਜ਼ਰੂਰ ਸਾਨੂੰ ਤ੍ਰੀ ਕਟੂ ਤੇ ਹਲਦੀ ਦਾ ਵੀ ਸੇਵਨ ਕਰਨਾ ਚਾਹੀਦਾ ਹੈ ਸੰਤਾਂ ਵਾਲੀਆ ਸਾਹਿਬ।
ਬਿਲਕੁਲ ਠੀਕ ਜੀ, ਬਹੁਤ ਮਿਹਰਬਾਨੀ। ਮੈਂ ਦੱਸ ਦਿਆਂ ਪਰਿਵਾਰ ਦੇ ਮੈਂਬਰਾਂ ਨੂੰ ਕਿ ਤ੍ਰੀ ਕਟੂ ਤੇ ਤੁਸੀਂ ਪਹਿਲਾਂ ਵੀ ਨਾਂ ਸੁਣਿਆ ਤੇ ਤ੍ਰੀ ਮਧੂ ਬਾਰੇ ਅੱਜ ਡਾਕਟਰ ਸਾਹਿਬ ਨੇ ਆਪਾਂ ਨੂੰ ਦੱਸ ਦਿੱਤਾ। ਸੋ ਤੁਸੀਂ ਜ਼ਰੂਰ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਕਰੋ ਤੇ ਤੁਹਾਨੂੰ ਫਾਇਦਾ ਹੋਏਗਾ। ਅੱਗੇ ਵੀ ਮੈਂ ਕਈ ਵਾਰ ਬੇਨਤੀ ਕੀਤੀ ਹੈ, ਸਾਡਾ ਡਿਸਕਲੇਮਰ ਵੀ ਇਹੀ ਹੈ ਕਿਉਂਕਿ ਹਰੇਕ ਬੰਦੇ ਦਾ ਸਰੀਰ ਆਪਣਾ ਹੈ, ਹਰੇਕ ਬੰਦੇ ਦੀ ਕੋਈ ਦਵਾਈ ਬੂਟੀ ਚੱਲਦੀ ਹੋ ਸਕਦੀ, ਪਰ ਤੁਸੀਂ ਕਿਤੇ ਵੀ ਕਿਸੇ ਚੀਜ਼ ਦੀ ਵਰਤੋਂ ਕਰਨੀ ਆ ਤਾਂ ਤੁਸੀਂ ਆਪਣੇ ਜਿਹੜੇ ਡਾਕਟਰ ਸਾਹਿਬ ਨੇ ਉਹਨਾਂ ਦੇ ਨਾਲ ਇਹਦੇ ਬਾਰੇ ਮਸ਼ਵਰਾ ਜਿਹੜਾ ਹੈ ਜ਼ਰੂਰ ਕਰ ਲੈਣਾ। ਅਗਲੀ ਗੱਲ ਡਾਕਟਰ ਸਾਹਿਬ ਜਿਹੜੀ ਹੈ ਉਹ ਬੜੀ ਵਾਰ ਅੱਜ ਕੱਲ੍ਹ ਤਾਂ ਮੈਸੇਜ ਬਹੁਤ ਆਉਣ ਲੱਗ ਪਏ, ਈਵਨ ਖਾਸ ਕਰਕੇ ਜਦੋਂ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਇਹ ਚੱਲਿਆ ਸੀ ਨਾ ਕੰਮ ਜੀ ਕਿ ਵੀ ਅਸੀਂ ਖੇਤੀਬਾੜੀ ਵਾਲੇ ਪਾਸੇ ਤੁਰ ਪਏ, ਉੱਧਰ ਵੀ ਦਵਾਈਆਂ ਪਾਤੀਆਂ, ਫਿਰ ਨਸ਼ੇ ਪੱਤੇ ਆ ਗਏ ਜੀ। ਐਂਡ ਇਹ ਕਿਹਾ ਜਾਣ ਲੱਗ ਪਿਆ ਕਿ ਸ਼ਾਇਦ ਪੰਜਾਬੀ ਜਿਹੜੇ ਨੇ ਜੀ ਉਹਨਾਂ ਦੀ ਹੁਣ ਗਾਂਹ ਜਿਹੜੀ ਅਗਲੀ ਪੀੜ੍ਹੀ ਹੈ ਉਹ ਉਸ ਤਰ੍ਹਾਂ ਵੱਧ ਫੁੱਲ ਨਹੀਂ ਰਹੀ। ਕਾਰਨ ਇਹ ਹੈ ਕਿ ਵੀ ਬਹੁਤ ਸਾਰੇ ਜਿਹੜੇ ਵਿਆਹੇ ਜੋੜੇ ਨੇ ਉਹਨਾਂ ਨੂੰ ਸੰਤਾਨ ਪ੍ਰਾਪਤੀ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਜਾਂ ਕਹਿ ਲਓ ਕਿ ਬੇਔਲਾਦ ਜੋੜਿਆਂ ਦੀ ਗਿਣਤੀ ਵੱਧ ਰਹੀ ਹੈ। ਸੋ ਇਹ ਜਿਹੜੀ ਇਨਫਰਟੀਲਿਟੀ ਦੀ ਪ੍ਰੋਬਲਮ ਹੈ ਇਹਦਾ ਕਾਰਨ ਐਂਡ ਇਹਦਾ ਇਸੇ ਹੀ ਖੁਰਾਕ ਦੇ ਵਿੱਚ ਕੋਈ ਹੱਲ, ਇਹਦੇ ਬਾਰੇ ਜ਼ਰੂਰ ਤੁਸੀਂ ਦੱਸੋ ਕਿਉਂਕਿ ਕਈ ਪਰਿਵਾਰ ਦੇ ਮੈਂਬਰ ਇਹਦੇ ਬਾਰੇ ਵੀ ਸਵਾਲ ਪੁੱਛਦੇ ਆ ਜੀ। ਇਹ ਬੜਾ ਗੰਭੀਰ ਵਿਸ਼ਾ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਗੰਭੀਰ ਹੋ ਜਾਣਾ ਹੈ। ਉਹਦਾ ਕਾਰਨ ਜਿਹੜਾ ਹੈ ਕਿ ਸਾਡੀ ਜੀਵਨ ਸ਼ੈਲੀ, ਸਾਡੀ ਜ਼ਿੰਦਗੀ ਦੇ ਵਿੱਚ ਸਟ੍ਰੈਸ, ਸਟ੍ਰੇਨ, ਐਂਗਜ਼ਾਇਟੀ, ਫੀਅਰ, ਫੋਬੀਆ ਜਿਹੜੇ ਮਨੋਵਿਕਾਰ ਤੇ ਮਨੋਰੋਗ ਨੇ, ਇਸ ਵੇਲੇ ਸਾਨੂੰ ਜ਼ਿੰਦਗੀ ਜੀਣ ਦੇ ਲਈ ਇਹ ਸਾਰਾ ਕੁਝ ਸਿਰ ਤੇ ਚੁੱਕਣਾ ਪੈਂਦਾ ਹੈ। ਦੂਸਰਾ ਸਾਡਾ ਆਹਾਰ ਵਿਹਾਰ, ਸਾਡਾ ਖਾਣਾ ਪੀਣਾ, ਉਹਦੇ ਵਿੱਚ ਕਿਹੋ ਜਿਹਾ ਭੋਜਨ ਅਸੀਂ ਚੂਜ਼ ਕਰਦੇ ਹਾਂ, ਕਿਵੇਂ ਅਸੀਂ ਉਹਨੂੰ ਖਾਂਦੇ ਹਾਂ, ਕਿਵੇਂ ਪਚਾਉਂਦੇ ਹਾਂ, ਤੇ ਸੈਡੈਂਟਰੀ ਲਾਈਫ ਸਟਾਈਲ। ਅਸੀਂ ਬੜੀ ਸਹਿਜ ਦੇ ਨਾਲ ਈਜ਼ੀ ਜ਼ਿੰਦਗੀ ਜੀਣੀ ਚਾਹ ਰਹੇ ਹਾਂ, ਜਿਹਦੇ ਨਾਲ ਸਾਨੂੰ ਓਬੇਸਿਟੀ ਹੋ ਰਹੀ ਹੈ, ਅੰਦਰ ਸਾਡੇ ਸੂਜਨ ਹੋ ਰਹੀ ਹੈ, ਜਿਹੜੇ ਕਿ ਮੋٹے ਕਾਰਨ ਨੇ, ਜਿਹੜੇ ਬਰੀਕ ਕਾਰਨ ਨੇ, ਜਿਹੜੇ ਕਿ ਇਨਫਰਟੀਲਿਟੀ ਲਈ ਰਿਸਪੌਂਸਿਬਲ ਹੋ ਸਕਦੇ ਆ। ਉਹਦੇ ਵਿੱਚ ਡੈਫੀਨੇਟਲੀ ਸਾਨੂੰ ਹਿਸਟਰੀ ਤਾਂ ਲੈਣੀ ਪਏਗੀ। ਉਹਦੇ ਵਿੱਚ ਦੋਨੋਂ ਹੀ, ਜਿੰਨੇ ਬਾਪ ਬਣਨਾ ਆ ਉਹਦੀ ਹਿਸਟਰੀ, ਜਿੰਨੇ ਮਾਂ ਬਣਨਾ ਉਹਦੀ ਹਿਸਟਰੀ ਜਾਣਨੀ ਪਏਗੀ ਕਿ ਉਹਨਾਂ ਨੂੰ ਕੋਈ ਮੇਲ ਇੰਪੋਟੈਂਸੀ ਵਗੈਰਾ ਦੀ ਪ੍ਰੋਬਲਮ ਤੇ ਨਹੀਂ ਹੈ। ਇਨਫਰਟੀਲਿਟੀ ਜਿਹੜੀ ਆ ਉਹਦੇ ਲਈ ਮੇਲ ਜਿਹੜੇ ਨੇ ਉਹ ਕਿਤੇ ਇਨਫਰਟੀਲਿਟੀ ਤੇ ਨਹੀਂ ਹੈ। ਉਹਨਾਂ ਦਾ ਸੀਮਨ ਦੀ ਕੁਆਲਿਟੀ ਕੀ ਹੈਗੀ ਆ, ਉਹਦੀ ਮੋਟਿਲਿਟੀ ਔਰ ਮੋਰਫੋਲੋਜੀ ਕੀ ਕਹਿੰਦੀ ਆ। ਇਸੇ ਤਰੀਕੇ ਦੇ ਨਾਲ ਔਰਤਾਂ ਦਾ ਸਾਰਾ ਡਿਟੇਲਡ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ ਤਾਂ ਕਿ ਅਸੀਂ ਉਹਨੂੰ ਡਿਟਰਮਿਨ ਕਰ ਸਕੀਏ ਕਿ ਗਲਤੀ ਕਿੱਥੇ ਹੈ। ਲੇਕਿਨ ਆਪਣੇ ਘਰਾਂ ਦੇ ਵਿੱਚ ਮੈਂ ਇਹ ਦੱਸਾਂਗਾ ਕਿ ਬਹੁਤ ਵਾਰੀ ਇਹੋ ਜਿਹੀਆਂ ਬਿਮਾਰੀਆਂ ਜਿਵੇਂ ਥਾਇਰਾਇਡ ਤੇ ਉਹਦੇ ਇਲਾਜ ਪ੍ਰਬੰਧ ਵਾਸਤੇ ਜਿੰਨੀਆਂ ਅਸੀਂ ਮੈਡੀਸਿਨਸ ਲੈਂਦੇ ਹਾਂ, ਕਈ ਵਾਰੀ ਉਹ ਮੰਦ ਪ੍ਰਭਾਵ ਪਾਉਂਦੀਆਂ। ਦੂਸਰਾ ਸਾਡਾ ਆਹਾਰ ਹੈ, ਜਿਹਦੇ ਵਿੱਚ ਅਸੀਂ ਮੋਟਾਪਾ ਤੇ ਇੰਟਰਨਲ ਕੰਜੈਸ਼ਨ ਹੈ ਜਿਹੜਾ, ਜਿਹਦੇ ਨਾਲ ਅੰਦਰ ਸੂਜਨ ਹੁੰਦੀ ਆ, ਉਹ ਕਈ ਵਾਰੀ ਸਾਨੂੰ ਇਨਫਰਟੀਲਿਟੀ ਦਿੰਦਾ ਆ। ਦੂਸਰਾ ਸਾਡੇ ਕੋਲ ਇਨਐਕਟਿਵ ਲਾਈਫ, ਆਰਾਮ ਪਸੰਦਗੀ ਸਾਡਾ ਮੇਨ ਰਹਿ ਜਾਂਦਾ ਆ। ਅਸੀਂ ਫਿਜ਼ੀਕਲ ਐਗਜ਼ਰਸ਼ਨ ਨਹੀਂ ਕਰਦੇ। ਸੋ ਚੰਗਾ ਖਾਣਾ, ਖਾਣ ਦੀ ਜਾਂਚ ਹੋਣੀ, ਖਾ ਕੇ ਪਚਾਉਣਾ, ਫਿਜ਼ੀਕਲ ਐਗਜ਼ਰਸ਼ਨ ਕਰਨੀ, ਔਰ ਸਟ੍ਰੈਸ, ਸਟ੍ਰੇਨ, ਐਂਗਜ਼ਾਇਟੀ ਜਿਹੜੇ ਮਨੋਵਿਕਾਰ ਨੇ, ਇਹ ਮਨੋਰੋਗ ਨੇ, ਉਹਨਾਂ ਤੋਂ ਤੁਸੀਂ ਦੂਰ ਰਹਿਣਾ ਜਿਹੜਾ ਆ, ਉਹਦੇ ਲਈ ਤੁਹਾਨੂੰ ਨਿੱਜੀ ਕੋਸ਼ਿਸ਼ਾਂ ਜਿਹੜੀਆਂ ਉਹ ਕਰਨੀਆਂ ਪੈਣਗੀਆਂ। ਬਾਕੀ ਜਿਹੜੇ ਟੈਕਨੀਕਲ ਰੀਜ਼ਨਸ ਨੇ ਉਹ ਡੈਫੀਨੇਟਲੀ ਸਬਜੈਕਟਿਵ ਹੁੰਦੇ ਨੇ। ਹਰ ਇਨਸਾਨ ਦੀ ਆਪਣੀ ਵੱਖਰੀ ਪ੍ਰੋਬਲਮ ਹੈ, ਹਰ ਜੋੜੇ ਦੀ ਆਪਣੀ ਵੱਖਰੀ ਪ੍ਰੋਬਲਮ ਹੈ, ਜਿਹਦੀ ਹਿਸਟਰੀ ਲੈ ਕੇ ਉਹਦੇ ਮੁਤਾਬਿਕ ਉਹਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਪਰ ਮੈਂ ਇਹ ਦੱਸਾਂਗਾ ਕਿ ਅੰਦਰ ਦੀ ਸੂਜਨ ਤੇ ਬਾਹਰੀ ਮੋਟਾਪਾ ਨਾ ਹੋਣ ਦਿਓ। ਇਸ ਵੇਲੇ ਮੋਟਾਪੇ ਨੇ ਸਾਨੂੰ ਬਹੁਤ ਹੀ ਪਰੇਸ਼ਾਨ ਕੀਤਾ ਆ, ਜਿਹਦੇ ਵਿੱਚ ਇਨਫਰਟੀਲਿਟੀ ਨੰਬਰ ਪਹਿਲੇ ਨੰਬਰ ਤੇ ਆ ਗਿਆ, ਮੋਟਾਪਾ ਜੀ। ਸੋ ਮੋਟਾਪੇ ਨੂੰ ਅਸੀਂ ਕਿਵੇਂ ਮੈਨੇਜ ਕਰਨਾ ਆ, ਉਹਦੇ ਵਾਸਤੇ ਵੀ ਸਾਨੂੰ ਗੱਲ ਕਰਨੀ ਬਣਦੀ ਹੈ ਕਿ ਮੋਟਾਪਾ, ਔਰ ਜੇ ਕਿਤੇ ਤੁਸੀਂ ਲੰਬੇ ਸਮੇਂ ਤੱਕ ਕੁਝ ਖਾਸ ਕਿਸਮ ਦੀਆਂ ਦਵਾਈਆਂ ਖਾਧੀਆਂ ਹੋਣ, ਉਹਨਾਂ ਦੇ ਵੀ ਕਈ ਵਾਰੀ ਮੰਦ ਪ੍ਰਭਾਵ ਹੁੰਦੇ ਆ ਜਿਹੜੇ ਆਇਡੈਂਟੀਫਾਈ ਕਰਨੇ ਪੈਂਦੇ ਆ। ਐਕਟਿਵ ਲਾਈਫ, ਚੰਗਾ ਖਾਣਾ, ਖਾਸ ਕਰਕੇ ਪ੍ਰੋਟੀਨ ਰਿਚ ਖਾਣਾ। ਪ੍ਰੋਟੀਨ ਦੇ ਵਿੱਚ ਵੈਜੀਟੇਰੀਅਨ ਦੇ ਵਿੱਚ ਤੁਹਾਡੇ ਕੋਲ ਪਨੀਰ ਹੈ ਜਿਹੜਾ ਕਿ ਬਾਹਰ ਲੋਕ ਘੱਟ ਖਾਂਦੇ ਆ, ਦਾਲਾਂ ਨੇ, ਦਾਲਾਂ ਦੇ ਸਪਰਾਊਟਸ ਨੇ। ਉਸ ਤੋਂ ਇਲਾਵਾ ਨਾਨ ਵੈਜੀਟੇਰੀਅਨ ਦੇ ਵਿੱਚ ਸਾਰਾ ਕੁਝ ਹੀ ਆ, ਉਹਦੇ ਵਿੱਚ ਸੀ ਫੂਡ ਵੀ ਆ ਜਾਂਦਾ ਹੈ, ਉਹਦੇ ਵਿੱਚ ਦੂਸਰੇ ਨਾਨ ਵੈਜੀਟੇਰੀਅਨ ਵੀ ਆ ਜਾਂਦੇ ਆ। ਆਪਣੀ
ਸਮਰੱਥਾ ਮੁਤਾਬਕ, ਆਪਣੇ ਆਪਣੇ ਹਾਲਾਤਾਂ ਦੇ ਮੁਤਾਬਕ, ਆਪਣੀ ਆਪਣੇ ਫੇਥ ਯਕੀਨ ਦੇ ਮੁਤਾਬਕ ਤੁਸੀਂ ਇਹਨਾਂ ਸਾਰੀਆਂ ਪ੍ਰੋਟੀਨਸ ਦੀ ਵਰਤੋਂ ਕਰ ਸਕਦੇ ਹੋ। ਸੋ ਪ੍ਰੋਟੀਨ ਜ਼ਿਆਦਾ ਜਿਹੜੀ ਹੈ ਉਹਦੀ ਰਿਕਮੈਂਡੇਸ਼ਨ ਬਣਦੀ ਹੈ ਜੀ। ਬਿਲਕੁਲ ਜੀ। ਡਾਕਟਰ ਸਾਹਿਬ, ਜੇ ਮੋਟਾਪੇ ਦੀ ਗੱਲ ਛੇੜ ਹੀ ਲਈ ਹੈ ਤੇ ਚਲੋ ਕੱਲਾ ਇਸ ਟੌਪਿਕ ਦਾ ਕਰਕੇ ਨਹੀਂ ਕਿ ਵੀ ਮੋਟਾਪਾ ਤਾਂ ਚਲੋ ਇੱਧਰ ਤਾਂ ਤੁਸੀਂ ਦੱਸ ਦਿੱਤਾ ਕਿ ਪ੍ਰੋਬਲਮ ਹੈ, ਪਰ ਪ੍ਰੋਬਲਮ ਇਹ ਮੋਟਾਪਾ ਤਾਂ ਐਂ ਬਣ ਗਿਆ ਵੀ ਹੁਣ ਜਿੱਦਾਂ ਪੰਜਾਬੀਆਂ ਦਾ ਖੜੇ ਨਹੀਂ ਛੱਡਣਾ ਗਾ, ਨਿਆਣਿਆਂ ਵੱਲ ਦੇਖ ਲਓ ਤਾਂ ਆ, ਜੇ ਕੋਈ ਥੋੜ੍ਹਾ ਵੱਡਾ ਹੋ ਜੇ ਤਾਂ ਆ, ਜੇ ਆਪਾਂ ਗੱਲ ਕਰ ਲਈਏ ਥੋੜ੍ਹੀ ਯੰਗ ਏਜ ਦੇ ਵਿੱਚ ਵੀ ਤਾਂ ਉੱਥੇ ਵੀ ਐਸੀਆਂ ਗੱਲਾਂ ਸੁਣਨ ਨੂੰ ਮਿਲਦੀਆਂ। ਕੋਈ ਕਹਿੰਦਾ ਕੋਲੇਸਟਰੋਲ ਵੱਧ ਗਿਆ, ਕੋਈ ਕਹਿੰਦਾ ਫੈਟੀ ਲੀਵਰ ਹੋ ਗਿਆ, ਥੋੜ੍ਹੀ ਜਿਹੀ ਉਦੋਂ ਬਾਅਦ ਉਮਰ ਵੱਧਦੀ ਹੈ ਤੇ ਉਹ ਕਹਿੰਦੇ ਜੀ ਹੁਣ ਪੈਂਟ ਵੀ ਆਉਣੋਂ ਹਟਦੀ ਜਾਂਦੀ, ਕਰੀਏ ਕੀ। ਇਹ ਜਿਹੜਾ ਮੋਟਾਪਾ ਹੈ, ਇੱਕ ਤਾਂ ਲਥਾਰਜਿਕ ਜਿਹਾ ਜੀਵਨ ਤੁਸੀਂ ਦੱਸ ਦਿੱਤਾ ਕਿ ਜਿਹੜੀ ਜੀਵਨ ਸ਼ੈਲੀ ਜਦੋਂ ਆਰਾਮ ਪ੍ਰਸਤੀ ਹੈ ਤੇ ਫਿਰ ਮੋਟਾਪਾ ਆਉਣਾ ਹੀ ਆ। ਪਰ ਇੱਕ ਕਾਰਨ ਇਹ ਵੀ ਹੁੰਦਾ ਕਿ ਯਾਰ ਪਤਾ ਨਹੀਂ ਕੀ ਪ੍ਰੋਬਲਮ ਹੈ, ਪਾਣੀ ਵੀ ਪੀ ਲਈਦਾ ਤੇ ਉਹ ਵੀ ਘਿਓ ਵਾਂਗੂ ਲੱਗੀ ਜਾਂਦਾ। ਇਹਦਾ ਮਤਲਬ ਇਹਦਾ ਕੋਈ ਹੋਰ ਨੁਕਸ ਵੀ ਹੈਗਾ, ਖਾਣ ਪੀਣ ਵਾਲਾ ਵੀ ਕੋਈ? ਬਿਲਕੁਲ ਦਰੁਸਤ ਕਿਹਾ ਤੁਸੀਂ। ਇੱਕ ਤੇ ਪ੍ਰਚਲਿਤ ਗੱਲਾਂ ਆ ਕਿ ਮੋਟਾਪਾ ਜ਼ਿਆਦਾ ਖਾਣ ਦੇ ਨਾਲ ਹੁੰਦਾ ਹੈ। ਯੈਸ, ਇਹਦੇ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਜਿੰਨੀ ਸਾਡੇ ਸਰੀਰ ਨੂੰ ਜ਼ਰੂਰਤ ਹੈ ਉਸ ਤੋਂ ਵੱਧ ਅਸੀਂ ਖਾਵਾਂਗੇ ਤੇ ਸਾਨੂੰ ਕਿਸੇ ਨਾ ਕਿਸੇ ਸ਼ੇਪ 'ਚ ਜਾ ਕੇ ਉਹ ਡਿਪੋਜ਼ਿਟ ਬਾਡੀ ਦੇ ਵਿੱਚ ਹੁੰਦਾ ਹੈ। ਸੋ ਐਕਸੈਸ ਫੂਡ ਜਿਹੜਾ ਆ ਉਹ ਨਹੀਂ ਲੈਣਾ ਚਾਹੀਦਾ। ਦੂਸਰਾ, ਫੂਡ ਜਿੰਨਾ ਅਸੀਂ ਲੈਂਦੇ ਆ ਉਹਨੂੰ ਅਸੀਂ ਬਰਨ ਨਹੀਂ ਕਰਦੇ, ਫਿਜ਼ੀਕਲ ਐਗਜ਼ਰਸ਼ਨ ਹੈ ਨਹੀਂ ਗੀ। ਔਰ ਜੇ ਅਸੀਂ ਜ਼ਿਆਦਾ ਖਾ ਕੇ ਜ਼ਿਆਦਾ ਐਗਜ਼ਰਸ਼ਨ ਕਰ ਲਈਏ ਤੇ ਸਾਡੇ ਕੋਲ ਡਿਪੋਜ਼ਿਟ ਨਹੀਂ ਹੋਣਗੇ। ਸੋ ਇਹ ਸਾਡਾ ਪ੍ਰਪੋਰਸ਼ਨ ਨਹੀਂ ਬਣਦਾ ਕਿ ਜਿੰਨਾ ਅਸੀਂ ਖਾਂਦੇ ਆ ਉਹਦੇ ਪ੍ਰਪੋਰਸ਼ਨ 'ਚ ਅਸੀਂ ਪਚਾਉਣੇ ਵੀ ਆ, ਫਿਜ਼ੀਕਲ ਐਗਜ਼ਰਸ਼ਨ ਕਰਦੇ ਆ। ਸੋ ਇਹ ਇੱਕ ਫੰਡ ਹੈ। ਦੂਸਰਾ ਇਹ ਹੈਗਾ ਕਿ ਬਹੁਤ ਸਾਰੇ ਭੋਜਨ ਨੇ ਜਿਹੜੇ ਤੁਹਾਡੇ ਸਰੀਰ ਦੇ ਅੰਦਰ ਫਲਾਵਟ ਕਰਦੇ, ਅੰਦਰ ਭੀੜ ਪਾਉਂਦੇ ਆ ਤੇ ਬਾਹਰੋਂ ਮੋਟਾਪਾ ਆ, ਜਿਹਨੂੰ ਅਸੀਂ ਐਪਲ ਸ਼ੇਪ ਓਬੇਸਿਟੀ ਕਹਿੰਦੇ ਆ। ਬਹੁਤ ਵਾਰੀ ਪੀਅਰ ਸ਼ੇਪ ਹੈ, ਕੱਲਾ ਢਿੱਡ ਹੀ ਵਧਿਆ ਹੋਇਆ। ਸੋ ਇਹਦੇ ਪਿੱਛੇ ਕੁਝ ਲੁਕੀਆਂ ਹੋਈਆਂ ਗੱਲਾਂ ਨੇ। ਇੱਕ ਤੇ ਜ਼ਿਆਦਾ ਖਾਣਾ ਔਰ ਆਰਾਮਦਾਇਕ ਜ਼ਿੰਦਗੀ ਬਸਰ ਕਰਨਾ, ਇਹ ਮੋਟੇ ਤੌਰ ਤੇ ਹਰ ਕੋਈ ਜਾਣਦਾ ਹੈ, ਲੇਕਿਨ ਕੁਝ ਗੱਲਾਂ ਦਾ ਅਸੀਂ ਜ਼ਿਕਰ ਨਹੀਂ ਕਰਦੇ। ਸਾਨੂੰ ਉਹਦੇ ਬਾਰੇ ਇਗਨੋਰੈਂਸ ਜਾਂ ਪਤਾ ਨਹੀਂ ਕਿ ਕੁਝ ਖਾਣੇ ਨੇ ਜਿਹੜੇ ਸਾਡੇ ਸਰੀਰ ਦੇ ਅੰਦਰ ਹਵਾ ਤੇ ਪਾਣੀ ਦੀ ਰਿਟੈਂਸ਼ਨ ਕਰਦੇ ਆ, ਹਵਾ ਤੇ ਪਾਣੀ ਨੂੰ ਰੋਕਦੇ ਆ। ਬਹੁਤ ਵਾਰੀ ਬਲੱਡ ਪ੍ਰੈਸ਼ਰ ਦੇ ਮਰੀਜ਼ ਹੁੰਦੇ ਨੇ, ਖਾਸ ਕਰਕੇ ਮੋਟਾਪੇ ਕਰਕੇ, ਡਾਕਟਰ ਉਹਨੂੰ ਵਾਟਰ ਪਿਲਸ ਦਿੰਦੇ ਆ। ਉਹ ਫਰੂਸਾਮਾਈਡ ਹੋ ਗਈ, ਲੈਸਿਕਸ ਹੋ ਗਈ, ਬਹੁਤ ਸਾਰੀਆਂ ਇਹੋ ਜਿਹੀਆਂ ਗੋਲੀਆਂ, ਇਹ ਉਹਨਾਂ ਦਾ ਵਿਸ਼ਾ ਹੈ। ਉਹ ਦਿੰਦੇ ਆ ਕਿ ਜ਼ਿਆਦਾ ਪਿਸ਼ਾਬ ਆਏਗਾ ਤੇ ਸਰੀਰ ਦੇ ਵਿੱਚੋਂ ਪਾਣੀ ਚਲਾ ਜਾਏਗਾ ਤੇ ਵੋਲੀਅਮ ਘਟ ਜਾਏਗਾ, ਭੀੜ ਘਟ ਜਾਏਗੀ, ਚਲੋ ਬਲੱਡ ਪ੍ਰੈਸ਼ਰ ਘਟ ਜਾਂਦਾ, ਚੰਗਾ ਤਰੀਕਾ ਹੈ। ਪਰ ਅਸੀਂ ਇਹ ਵੀ ਕਿਉਂ ਨਾ ਜਾਣੀਏ ਕਿ ਕਿਹੜੇ ਭੋਜਨ ਨੇ ਜਿਹੜੇ ਪਾਣੀ ਜਮ੍ਹਾਂ ਕਰਦੇ ਆ, ਕਿਹੜੇ ਭੋਜਨ ਨੇ ਜਿਹੜੇ ਅੰਦਰੋਂ ਮੋਟਾਪਾ ਕਰ ਰਹੇ ਨੇ। ਸੋ ਇਹ ਬਾਹਰੀ ਮੋਟਾਪਾ ਜਿਹਨੂੰ ਅਸੀਂ ਐਪਲ ਸ਼ੇਪ ਓਬੇਸਿਟੀ ਕਹਿੰਦੇ ਆ, ਜਿਹਨੂੰ ਅਸੀਂ ਪੀਅਰ ਸ਼ੇਪ ਓਬੇਸਿਟੀ ਕਹਿੰਦੇ ਆ, ਉਹ ਇੱਕ ਹੈ ਜਿਹੜਾ ਦਿਖਦਾ, ਜਿਹਦੇ ਲਈ ਅਸੀਂ ਸੋਹਣੇ ਨਹੀਂ ਲੱਗਦੇ, ਜਿਹੜੇ ਸਾਨੂੰ ਕੱਪੜੇ ਫਿੱਟ ਨਹੀਂ ਆਉਂਦੇ, ਜਿਹੜੇ ਸਾਨੂੰ ਵੈਸੇ ਹੀ ਬੇਕਾਰ ਜਿਹਾ ਸਰੀਰ ਦਿਸਦਾ। ਇਹ ਤਾਂ ਇੱਕ ਗੱਲ ਹੈ। ਜਿਹੜਾ ਅੰਦਰ ਦੀ ਭੀੜ ਹੈ ਉਹ ਸਾਨੂੰ ਦਿਸਦੀ ਨਹੀਂ। ਉਹਦੇ ਕਰਕੇ 100 ਬਿਮਾਰੀਆਂ ਇਹ ਮੋਟਾਪਾ ਸਾਡੇ ਕੋਲ ਲੈ ਕੇ ਆਉਂਦਾ, ਜਿਹਦੇ ਵਿੱਚ ਇਨਫਰਟੀਲਿਟੀ ਇੱਕ ਹੈ। ਅਸੀਂ ਕੀ ਕਰਨਾ ਹੁਣ? ਚਾਹੇ ਉਹ ਮੋਟਾਪਾ ਐਪਲ ਸ਼ੇਪ ਹੋਵੇ, ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰਾ ਹੀ ਬੰਦਾ ਢਵਾ ਜਿਹਾ ਹੈ, ਤੇ ਜਾਂ ਫਿਰ ਪੀਅਰ ਸ਼ੇਪ ਹੈ ਕਿ ਢਿੱਡ ਸਾਰਾ ਬਾਹਰ ਆਇਆ ਹੋਇਆ, ਬਾਕੀ ਸਾਰਾ ਕੁਝ ਠੀਕ ਹੈ, ਲੱਤਾਂ ਬਾਹਾਂ ਠੀਕ ਨੇ, ਸਾਰਾ ਕੁਝ ਠੀਕ ਹੈ। ਸੋ ਇਸ ਮੋਟਾਪੇ ਨੂੰ ਇਸ ਵੇਲੇ ਤੁਸੀਂ ਦੇਖਿਆ ਹੈ ਕਿ ਪੈਂਡੈਮਿਕ ਦੇ ਵਿੱਚ, ਕਰੋਨਾ ਕਾਲ ਦੇ ਵਿੱਚ ਜਿੰਨੇ ਵੀ ਮੋਟਾਪੇ ਵਾਲੇ ਲੋਕ ਸੀ, ਡਾਇਬਟੀਜ਼ ਵਾਲੇ ਲੋਕ ਸੀ, ਹੋਰ ਵਾਈਟਲ ਔਰਗਨ ਜਿਨ੍ਹਾਂ ਦੇ ਇਨਵੋਲਵਡ ਸੀ, ਉਹਦੇ ਚ ਮੋਟਾਪੇ ਵਾਲਿਆਂ ਨੂੰ ਸਾਹਮਣੇ ਰੱਖਿਆ, ਡਾਇਬਟੀਜ਼ ਵਾਲਿਆਂ ਨੂੰ ਸਾਹਮਣੇ ਰੱਖਿਆ, ਭਾਈ ਤੁਸੀਂ ਬਚ ਕੇ ਰਹੋ ਜੇ। ਮੋਰਬਿਡਿਟੀ ਕੋਈ ਵੀ ਹੋਵੇ, ਬਿਮਾਰੀਆਂ ਕੋਈ ਵੀ ਹੋਣ, ਲੇਕਿਨ ਮੋਟਾਪੇ ਵਾਲਿਆਂ ਨੂੰ ਬੜੀ ਮੁਸ਼ਕਲ ਆਈ ਹੈ ਔਰ ਆਉਣ ਵਾਲੇ ਸਮੇਂ 'ਚ ਵੀ ਆ ਸਕਦੀ ਹੈ। ਕਿਉਂ ਨਾ ਅਸੀਂ ਇਹਦੇ ਵੱਲ ਤਵੱਜੋ ਦਈਏ। ਮੋਟਾਪਾ ਨਹੀਂ ਹੋਣਾ ਚਾਹੀਦਾ, ਓਬੇਸਿਟੀ ਨਹੀਂ ਹੋਣੀ ਚਾਹੀਦੀ। ਸੋ ਉਹਦੇ ਵਾਸਤੇ ਜਿੱਥੇ ਵੀ ਕਿਤੇ ਮੋਟਾਪਾ ਹੈ, ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਸੰਧਾਵਾਲੀਆ ਸਾਹਿਬ, ਕਿ ਜ਼ਿਆਦਾ ਖਾਣਾ, ਆਇਲੀ ਖਾਣਾ, ਫੈਟ ਦੇ ਡਿਪੋਜ਼ਿਟ ਕਰਨੇ, ਉਹ ਤਾਂ ਸਾਰੇ ਡਾਈਟੀਸ਼ੀਅਨਸ ਮਨਾ ਕਰਦੇ ਹੀ ਨੇ ਕਿ ਤੁਸੀਂ ਜ਼ਿਆਦਾ ਫੈਟ, ਜ਼ਿਆਦਾ ਘਿਓ, ਜ਼ਿਆਦਾ ਤਲੀਆਂ ਚੀਜ਼ਾਂ, ਚਾਹੇ ਉਹ ਕਿਸੇ ਵੀ ਕਿਸਮ ਦੀ ਫੈਟ ਹੋਵੇ, ਸੈਚੂਰੇਟਡ, ਅਨਸੈਚੂਰੇਟਡ, ਟ੍ਰਾਂਸ ਫੈਟਸ, ਨਾ ਲਓ।
ਵਧੀਆ ਗੱਲ ਹੈ। ਜ਼ਿਆਦਾ ਕਾਰਬੋਹਾਈਡਰੇਟਸ ਨਾ ਲਓ ਤੁਹਾਡੇ ਅੰਦਰ। ਇਸ ਵੇਲੇ ਤੇ ਅਮਰੀਕਨ ਡਾਇਟੀਸ਼ੀਅਨਸ ਨੇ ਬਹੁਤ ਵਧੀਆ ਕੰਮ ਕੀਤੇ ਆ। ਉਹਨਾਂ ਤੇ ਕਹਿ ਹੀ ਦਿੱਤਾ ਵੀਟ ਪਹਿਲੀ ਰੋਟੀਆਂ ਅਸੀਂ ਖਾ ਕੇ ਢਿੱਡ ਵਧਾਈ ਜਾਂਦੇ ਹਾਂ। ਉਹ ਤਾਂ ਇੱਕ ਹੈ, ਲੇਕਿਨ ਢਿੱਡ ਭਰਨ ਤੱਕ ਰੋਟੀ ਠੀਕ ਹੈ, ਲੇਕਿਨ ਢਿੱਡ ਪਾੜਨ ਤੱਕ ਠੀਕ ਨਹੀਂ ਹੈ। ਸੋ ਇਸ ਕਰਕੇ ਸਾਨੂੰ ਖਾਣ ਪੀਣ ਦੇ ਉੱਤੇ ਅੰਕੁਸ਼ ਜ਼ਰੂਰ ਲਾ ਕੇ ਰੱਖਣਾ ਚਾਹੀਦਾ ਹੈ। ਤੇ ਮੈਂ ਦੱਸਣ ਇਹ ਲੱਗਾ ਸੀ ਕਿ ਕੁਝ ਖਾਸ ਕਿਸਮ ਦੇ ਭੋਜਨ ਨੇ ਜਿਹੜੇ ਵਿੰਡ ਤੇ ਵਾਟਰ ਦੀ ਰਿਟੈਂਸ਼ਨ ਕਰਦੇ ਆ, ਉਹਨਾਂ ਵੱਲ ਵੀ ਤਵੱਜੋ ਦੇ ਦਈਏ। ਹੈਗੇ ਉਹ ਨਿਊਟ੍ਰੀਸ਼ੀਅਸ ਨੇ, ਹੈਗੇ ਉਹ ਬੜੇ ਸਵਾਦ ਨੇ, ਬਹੁਤ ਸਾਰੀਆਂ ਸਾਡੀਆਂ ਸਰੀਰ ਦੀਆਂ ਕਮੀਆਂ ਦੀ ਪੂਰਤੀ ਕਰਦੇ ਆ, ਠੀਕ ਹੈ। ਪਰ ਜਿੱਥੇ ਕਿਤੇ ਮੋਟਾਪਾ ਆ, ਉਹਨਾਂ ਨੂੰ ਥੋੜਾ ਜਿਹਾ ਸੋਚਣਾ ਪਊਗਾ ਕਿ ਉਹਨਾਂ ਨੇ ਅੰਬ ਨਹੀਂ ਲੈਣਾ, ਉਹਨਾਂ ਨੇ ਕੇਲਾ ਨਹੀਂ ਲੈਣਾ, ਉਹਨਾਂ ਨੇ ਸ਼ਹਿਦ ਲੈਣਾ ਹੈ ਤੇ ਨਿੰਬੂ ਪਾ ਕੇ, ਉਹਨਾਂ ਨੇ ਦਹੀਂ ਖਾਣਾ ਤੇ ਕਾਲੀ ਮਿਰਚ ਪਾ ਕੇ। ਕੱਲਾ ਦਹੀਂ, ਕੱਲਾ ਸ਼ਹਿਦ, ਅੰਬ, ਕੇਲਾ ਇਹ ਸਾਡੇ ਸਰੀਰ ਦੇ ਅੰਦਰ ਫਲਾਵਟ ਕਰਦਾ ਹੈ, ਡ੍ਰੌਪਸਿਕ ਕੰਡੀਸ਼ਨਸ ਪੈਦਾ ਕਰਦਾ ਹੈ। ਔਰ ਨਾਲ ਦੀ ਨਾਲ ਜਿਹੜੀਆਂ ਵਾਈ ਚੀਜ਼ਾਂ ਨੇ ਸਰੀਰ ਅੰਦਰ ਹਵਾਈ ਜੁੜੀ ਜਾਂਦੀਆਂ, ਚੌਲ, ਆਲੂ, ਮਾਂ, ਰਾਜਮਾ, ਕੜੀ ਬਿਮਾਰੀਆਂ ਤਾਂ ਦਿੰਦੀਆਂ ਹੀ ਨੇ, ਨਾਲ ਉਹ ਮੋਟਾਪਾ ਵੀ ਕਰਦੀਆਂ ਕਿ ਵਾਟਰ ਤੇ ਵਿੰਡ ਦੀ ਰਿਟੈਂਸ਼ਨ ਇਹ ਦੋ ਚੀਜ਼ਾਂ ਹੈ, ਤੀਸਰੀ ਹੈਗੀ ਫੈਟ। ਇਹਨਾਂ ਤਿੰਨਾਂ ਚੀਜ਼ਾਂ ਵੱਲ ਅਸੀਂ ਧਿਆਨ ਕਰ ਦਈਏ ਤੇ ਸਾਡੇ ਕੋਲ ਜਿਹੜਾ ਖਾਮਖਾ ਫਾਲਸ ਮਾਸ ਅੰਦਰ ਸਾਡੇ ਇਕੱਠਾ ਹੋ ਗਿਆ, ਜਿਹੜਾ ਕਿ ਫੈਟ ਆ, ਜਿਹੜਾ ਹਵਾ ਹੈ, ਜਿਹੜਾ ਪਾਣੀ ਹੈ, ਉਹਨੂੰ ਅਸੀਂ ਜਮ੍ਹਾਂ ਨਾ ਹੋਣ ਦੇਈਏ। ਬਹੁਤ ਵਾਰੀ ਇੱਥੇ ਜਿਹੜੇ ਵੇਟ ਮੈਨੇਜਮੈਂਟ ਕਰਦੇ ਨੇ ਉਹ ਇੰਚ ਲਾਸ ਦੀ ਗੱਲ ਕਰਦੇ ਜੀ ਤੇ ਵੇਟ ਲਾਸ ਹੈ, ਇੱਕ ਇੰਚ ਲਾਸ ਹੈ। ਆ ਵੇਖੋ ਜੀ, ਤੁਹਾਡੀ 36 ਇੰਚ ਬਣਦਾ ਸੀ ਢਿੱਡ, ਅੱਜ ਮੈਂ ਕੀਤਾ ਜੇ ਤੇ 35 ਇੰਚ ਰਹਿ ਗਿਆ। ਉਹ ਬਈ ਓਵਰਨਾਈਟ ਕਿਹੜਾ ਮਿਰਾਕਲ ਹੋ ਗਿਆ? ਉਹ ਸਿਰਫ ਤੇ ਸਿਰਫ ਇਹ ਹੈ ਕਿ ਤੁਹਾਡੇ ਸਰੀਰ ਦੇ ਅੰਦਰੋਂ ਪਾਣੀ ਜਿਹੜਾ ਵਾਧੂ ਰਿਟੈਂਸ਼ਨ ਸੀਗੀ ਉਹ ਚਲਾ ਗਿਆ, ਹਵਾ ਦੀ ਰਿਟੈਂਸ਼ਨ ਜਿਹੜੀ ਵਾਧੂ ਸੀ ਉਹ ਨਿਕਲ ਗਈ, ਔਰ ਵੋਲੀਅਮ ਜਿਹੜਾ ਆ ਉਹ ਘਟ ਜਾਂਦਾ। ਜਦੋਂ ਵੋਲੀਅਮ ਘਟਣ ਦਾ ਮਤਲਬ ਹੈ ਕਿ ਅੰਦਰੋਂ ਜਿਹੜੀ ਭੀੜ ਆ ਸਰੀਰ ਦੇ ਵਿੱਚ ਪਈ ਹੋਈ, ਉਹ ਤੁਹਾਡੇ ਵਾਈਟਲ ਆਰਗਨਸ ਨੇ ਉਹ ਸਾਹ ਲੈਣਾ ਸ਼ੁਰੂ ਕਰ ਦਿੰਦੇ, ਉਹਨਾਂ ਨੂੰ ਸੌਖ ਹੋ ਜਾਂਦੀ ਹੈ। ਸੋ ਇਸ ਕਰਕੇ ਸਾਨੂੰ ਇਹ ਚੀਜ਼ਾਂ ਜਿਹੜੀਆਂ ਕਿ ਕਫਜ ਬਿਰਤੀ ਕਰਦੀਆਂ, ਜਿਹੜੀਆਂ ਕਿ ਸਰੀਰ ਦੇ ਅੰਦਰ ਵਾਟਰ ਤੇ ਵਿੰਡ ਕਰਦੀਆਂ, ਸੋ ਫੈਟ ਦੀ ਰਿਸਟ੍ਰਿਕਸ਼ਨ ਹੈ, ਇਹਨਾਂ ਚੀਜ਼ਾਂ ਦੀ ਰਿਸਟ੍ਰਿਕਸ਼ਨ ਹੈ। ਔਰ ਵਾਈ ਚੀਜ਼ਾਂ ਦਾ ਅਕਸਰ ਅਸੀਂ ਕਰਦੇ ਰਹਿੰਦੇ ਹਾਂ ਕਿ ਵਾਈ ਚੀਜ਼ਾਂ, ਚੌਲ, ਆਲੂ, ਮਾਂ, ਰਾਜਮਾ, ਮੋਟਾਪੇ ਵਾਲਿਆਂ ਨੂੰ ਥੋੜਾ ਜਿਹਾ ਰਿਸਟ੍ਰਿਕਟਡ ਰਹਿਣਾ ਚਾਹੀਦਾ ਹੈ। ਯੈਸ, ਇੱਥੇ ਮੈਂ ਇਹ ਵੀ ਦੱਸਦਾ ਜਾਵਾਂ ਕਿ ਤ੍ਰਿਕਟੂ ਫੇਰ ਕੰਮ ਕਰੇਗਾ ਮੋਟਾਪੇ 'ਚ ਵੀ, ਜ਼ਰੂਰ ਕਰ ਲੈਣਾ ਚਾਹੀਦਾ। ਪਰ ਇੱਕ ਡਾਈਟ ਮੈਂ ਜ਼ਰੂਰ ਦੱਸਣੀ ਹੈ, ਮਿਹਰਬਾਨੀ ਕਰਕੇ ਚਿਲਿਆ ਕਰ ਲਓ, 1.25 ਮਹੀਨਾ ਕਰ ਲਓ, 40 ਦਿਨ ਦਾ ਕਰ ਲਿਓ। ਕੱਲਾ ਪਾਣੀ, ਉਹਦੇ ਨਾਲ ਬਸਰ ਨਹੀਂ ਹੋਣਾ। ਦੁੱਧ 1% ਦਾ ਜਿੰਨਾ ਮਰਜ਼ੀ ਪੀ ਲਓ ਰੋਜ਼ ਦਾ। ਲੂਣ ਲੈਣ ਵਾਸਤੇ ਸਾਨੂੰ ਸਬਜ਼ੀਆਂ, ਸੈਲਡਸ ਲੈਣੇ ਪੈਣਗੇ, ਪਰ ਤੜਕੇ ਵੱਲ ਕੀਨੀ ਜਾਂ ਰੋਸਟ ਕੀਤੀ ਹੋਵੇ, ਜਾਂ ਤੁਸੀਂ ਬੋਇਲ ਕੀਤੀ ਹੋਵੇ, ਜਾਂ ਤੁਸੀਂ ਸੂਪ ਬਣਾਇਆ ਹੋਵੇ, ਉਹ ਸਬਜ਼ੀਆਂ ਲੈ ਸਕਦੇ ਹੋ। ਤੇ ਮਿੱਠੇ ਲੈਣ ਵਾਸਤੇ ਫਲ ਫਰੂਟ ਨੇ, ਘੱਟੋ ਘੱਟ 5 ਕਿਸਮ ਦੇ ਫਲ ਜ਼ਰੂਰ ਲਓ, ਜਿੰਨੇ ਮਰਜ਼ੀ ਲਓ, ਭਾਵੇਂ 5 ਕਿਲੋ ਰੋਜ਼ ਦੇ ਲੈ ਲਓ, ਕੋਈ ਮਨਾਹੀ ਨਹੀਂ। ਪਰ ਉਹਦੇ ਵਿੱਚ ਅੰਬ ਤੇ ਕੇਲਾ ਨਹੀਂ ਹੋਣਾ ਚਾਹੀਦਾ, ਤੇ ਤੁਹਾਡੇ ਸੈਲਡਸ ਤੇ ਸਬਜ਼ੀਆਂ ਦੇ ਵਿੱਚ ਆਲੂ, ਕਚਾਲੂ ਤੇ ਅਰਬੀ ਨਹੀਂ ਹੋਣੀ ਚਾਹੀਦੀ। ਅਗਰ ਇਹ 40 ਦਿਨ ਵਾਸਤੇ ਤੁਸੀਂ ਹੋਰ ਕਿਸੇ ਚੀਜ਼ ਦਾ ਟੇਸਟ ਨਹੀਂ ਦੇਖਣਾ, 40 ਦਿਨ ਅਗਰ ਇਹਨਾਂ ਚੀਜ਼ ਤੇ ਨਿਰਵਾਹ ਕਰਦੇ ਹੋ ਤੁਸੀਂ, ਜਿੰਨਾ ਮਰਜ਼ੀ ਲੈ ਲਓ, ਜਿਵੇਂ ਮਰਜ਼ੀ ਲੈ ਲਓ, ਲੇਕਿਨ ਇਹਨਾਂ ਚੀਜ਼ਾਂ ਨੂੰ ਲੈਣਾ ਹੈ ਤੇ ਇਹ ਪਰਹੇਜ਼ ਕਰਨੇ ਨੇ। ਤੇ ਤੁਸੀਂ 40 ਦਿਨਾਂ 'ਚ ਦੇਖੋਗੇ ਕਿ ਤੁਹਾਡੇ ਸਰੀਰ ਦੇ ਵਿੱਚ ਕੀ ਚੇਂਜਸ ਆਈਆਂ ਨੇ, ਔਰ ਕਿਸ ਤਰੀਕੇ ਦੇ ਨਾਲ ਤੁਹਾਡੀ ਇਮਿਊਨਿਟੀ ਔਰ ਰੈਜ਼ਿਸਟੈਂਸ ਵੱਧ ਗਈ ਹੈ, ਕਿਉਂਕਿ ਫਾਲਸ ਮਾਸ ਚਲਾ ਗਿਆ। ਖਾਮਖਾ ਦੀਆਂ ਚੀਜ਼ਾਂ ਸਾਡੇ ਸਰੀਰ ਜਿਹੜੀਆਂ ਜਮ੍ਹਾਂ ਸੀ ਉਹ ਨਿਕਲ ਜਾਂਦੀਆਂ। ਸੋ ਇੰਚ ਲਾਸ ਵੀ ਹੋਏਗਾ, weight ਲਾਸ ਵੀ ਹੋਏਗਾ, ਰੈਜ਼ਿਸਟੈਂਸ ਵੀ ਬਣੇਗੀ, ਇਮਿਊਨਿਟੀ ਵੀ ਬਣੇਗੀ। ਔਰ ਮੋਟਾਪੇ ਤੋਂ ਜਿਹੜਾ ਅਸੀਂ ਸੋਸ਼ਲੀ ਸਮਾਜ 'ਚ ਵਿਚਰਦੇ ਹਾਂ, ਬੜੇ ਬੁਰੇ ਲੱਗੀਦਾ, ਬਹੁਤ ਸਾਰੇ ਕੱਪੜੇ ਵੀ ਸਵਾ ਕੇ ਰੱਖ ਲੈਨੇ, ਪਾਏ ਨਹੀਂ ਜਾਂਦੇ। ਦਿਨ ਬ ਦਿਨ, ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦਾ ਹੈ। ਉਹਦੇ ਵਾਸਤੇ ਸਾਨੂੰ ਜ਼ਰੂਰ ਆਪਣਾ ਲਾਈਫ ਸਟਾਈਲ, physical exercise is very, that is the ultimate medicine. Physical exercise is the ultimate medicine, ਜਿਹਦੇ ਵਿੱਚ calisthenics ਆ ਜਾਂਦੀਆਂ। ਤੁਸੀਂ ਰਨਿੰਗ ਕਰ ਸਕਦੇ ਹੋ, ਜੋਗਿੰਗ ਕਰ ਸਕਦੇ ਹੋ, ਸਾਈਕਲਿੰਗ ਕਰ ਸਕਦੇ ਹੋ, ਸਵਿਮਿੰਗ ਕਰ ਸਕਦੇ ਹੋ, ਯੋਗਾ ਕਰ ਸਕਦੇ ਹੋ। ਫਿਜ਼ੀਕਲ ਐਗਜ਼ਰਸ਼ਨ ਇਜ਼ ਮਸਟ। ਜੀ ਡਾਕਟਰ ਸਾਹਿਬ, ਇਹ ਜੇ ਤੁਸੀਂ ਮੋਟਾਪੇ ਵਾਲੀ ਗੱਲ ਚਲੋ ਸਮਝਾ ਹੀ ਦਿੱਤੀ ਆ, ਤੁਸੀਂ ਇਹ ਵੀ ਗੱਲ ਕਹੀ ਕਿ ਵੀ ਸਰੀਰ ਦੇ ਵਿੱਚ ਹਵਾ ਤੇ ਪਾਣੀ ਜਮ੍ਹਾਂ ਹੋ ਜਾਂਦਾ। ਹੁਣ ਇੱਥੇ ਇੱਕ ਮੇਰੇ ਦਿਮਾਗ 'ਚ ਕੁਦਰਤੀ ਸਵਾਲ ਆਉਂਦਾ ਸੀ ਕਿ ਵੀ ਇਹਦਾ ਮਤਲਬ ਇਹ ਹੋ ਗਿਆ ਵੀ ਕੁਛ ਚੀਜ਼ਾਂ ਜਿਹੜੀਆਂ ਕਿ ਕੁਦਰਤ ਨੇ ਬਣਾਈਆਂ ਨੇ ਕਿ ਜੇ ਆਪਾਂ ਖਾਂਦੇ ਹਾਂ ਤਾਂ ਉਹਨਾਂ ਦੀ ਨਿਕਾਸੀ ਵੀ ਹੈ, ਪਰ ਬਹੁਤ ਲੋਕ ਸ਼ਿਕਾਇਤ ਕਰਦੇ ਆ ਕਿ ਵੀ ਜਿਹੜੀ ਕਬਜ਼ ਆ ਉਹਦੀ ਪ੍ਰੋਬਲਮ ਆ, ਯਾਨੀ ਕਿ ਜਿਹੜਾ ਪੇਟ ਆ ਉਹ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ।
ਹੁਣ ਉਹਦੇ ਲਈ ਉਹ ਕਈ ਤਰ੍ਹਾਂ ਦੇ ਹੱਲ ਵੀ ਕਰਦੇ ਨੇ, ਪਰ ਉਹ ਇੱਕ ਤਰ੍ਹਾਂ ਦੀ ਬਿਮਾਰੀ ਬਣ ਜਾਂਦੀ ਹੈ। ਅਤੇ ਜੇ ਮੈਂ ਗਲਤ ਨਹੀਂ ਤਾਂ ਤੁਸੀਂ ਵੀ ਕਹਿੰਦੇ ਹੁੰਦੇ ਆ ਕਿ ਵੀ ਜਿਹੜੀ ਕਬਜ਼ ਹੈ ਇਹਦੇ ਤੋਂ ਗਾਂਹ ਫਿਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਬਣਦੀਆਂ। ਇਹਦਾ ਕੀ ਹੱਲ ਆ ਅਤੇ ਇਹਨੂੰ ਕਿਵੇਂ ਜ਼ਿੰਦਗੀ 'ਚੋਂ ਮਤਲਬ ਇਹਦਾ ਦੂਰ ਕੀਤਾ ਜਾ ਸਕਦਾ ਜੀ? ਬਹੁਤ ਅਹਿਮ ਸਵਾਲ ਹੈ, ਬਹੁਤ ਅਹਿਮ ਜ਼ਰੂਰਤ ਹੈ ਸਾਡੀ। ਮੈਂ ਇਹ ਅਕਸਰ ਗੱਲਾਂ ਕਰਦਾ ਹੁੰਦਾ ਕਿ ਦੰਦ ਗਏ, ਪੁਰਾਤਨ ਕਹਾਵਤ ਹੈ, ਦੰਦ ਗਏ ਤੇ ਸਵਾਦ ਗਿਆ। ਜਿੰਨੀ ਦੇਰ ਦੰਦ ਹੈ ਉਨੀ ਦੇਰ ਸਵਾਦ ਨਹੀਂ। ਦੰਦ ਗਏ ਤੇ ਸਵਾਦ ਗਿਆ, ਸਵਾਦ ਗਏ ਤੇ ਹਾਜ਼ਮਾ ਗਿਆ। ਜਦੋਂ ਖਾਣ ਲੱਗਿਆ ਰੋਟੀ ਤੁਹਾਨੂੰ ਸਵਾਦ ਨਹੀਂ ਆਉਂਦਾ, ਚਿੱਥਦੇ ਨਹੀਂ, ਤੇ ਸਾਡਾ ਹਾਜ਼ਮਾ ਜਿਹੜਾ ਉਹ ਖਰਾਬ ਹੋ ਜਾਂਦਾ, ਤੇ ਹਾਜ਼ਮਾ ਗਿਆ ਤੇ ਸਭ ਕੁਝ ਗਿਆ। ਜਿਹਦਾ ਡਾਈਜੈਸ਼ਨ ਠੀਕ ਨਹੀਂ ਹੈ ਉਹਨੂੰ ਪਾਣੀ ਵੀ ਘਿਓ ਵਾਂਗੂ ਲੱਗਣਾ, ਕਿਉਂਕਿ ਫੂਡ ਦਾ ਮੈਟਾਬੋਲਿਜ਼ਮ ਠੀਕ ਹੋਣ ਦਾ ਮਤਲਬ ਹੈ ਉਹ ਆਧਾਰ ਹੈ ਸਾਡੇ ਸਰੀਰ ਦਾ, ਉਹਦੇ ਨਾਲ ਸਾਡੇ ਬਾਡੀ ਦਾ ਮੈਟਾਬੋਲਿਜ਼ਮ ਪ੍ਰਭਾਵਿਤ ਹੁੰਦਾ ਹੈ। ਤਾਂ ਸਭ ਤੋਂ ਪਹਿਲਾਂ ਤੇ ਤੁਹਾਨੂੰ ਜੋ ਖਾਂਦੇ ਹੋ, ਜੋ ਪੀਂਦੇ ਹੋ, ਸੁੰਘਦੇ ਹੋ, ਉਹ ਸਹੀ ਜਗ੍ਹਾ ਤੇ ਪਹੁੰਚਣਾ ਚਾਹੀਦਾ ਹੈ। ਸੋ ਇਹ ਬੜਾ ਜ਼ਰੂਰੀ ਹੈ ਕਿ ਤੁਹਾਡਾ ਹਾਜ਼ਮਾ ਦਰੁਸਤ ਹੋਵੇ। ਹਾਜ਼ਮੇ ਦੇ ਵਿੱਚ 4 ਚੀਜ਼ਾਂ ਆਉਂਦੀਆਂ, ਇੰਜੈਸ਼ਨ ਹੈ, ਡਾਈਜੈਸ਼ਨ ਹੈ, ਐਬਜ਼ੌਰਪਸ਼ਨ ਹੈ ਤੇ ਇਵੈਕੂਏਸ਼ਨ ਹੈ। ਇੰਜੈਸ਼ਨ ਦਾ ਮਤਲਬ ਹੈ ਖਾਣਾ। ਤਾਂ ਬਹੁਤ ਵਾਰੀ ਮੈਂ ਇਹ ਵੀ ਕਹਿ ਦਿੰਦਾ ਹੁੰਦਾ ਕਿ ਸਾਨੂੰ ਖਾਣਾ ਨਹੀਂ ਆਉਂਦਾ, ਉੱਥੇ ਹਾਸਾ ਜਿਹਾ ਬਣ ਜਾਂਦਾ ਵੀ ਖਾਣਾ ਕਿਹਨੂੰ ਨਹੀਂ ਆਉਂਦਾ, ਇਹ ਤਾਂ ਕੁਦਰਤ ਨੇ ਸਿਖਾਈ ਹੋਈ ਗੱਲ ਹੈ। ਬਹੁਤ ਇੰਪੋਰਟੈਂਟ ਇਹ ਗੱਲ ਬਣ ਜਾਂਦੀ ਹੈ ਕਿ ਸਾਨੂੰ ਖਾਣ ਦੀ ਜਾਚ ਹੀ ਨਹੀਂ। ਹਾਸੇ ਵਾਲੀ ਗੱਲ ਹੋ ਜਾਂਦੀ, ਪਰ ਨਹੀਂ, ਖਾਣਾ ਤਾਂ ਕੁਦਰਤ ਨੇ ਹਰ ਕਿਸੇ ਨੂੰ ਸਿਖਾਇਆ ਖਾਣਾ। ਜਾਂਚ ਹਰ ਕਿਸੇ ਨੂੰ, ਬੱਚੇ ਨੂੰ ਵੀ ਜਾਂਚ ਹੈ ਕਿੱਦਾਂ ਖਾਣਾ। ਫਿਰ ਇਹ ਖਾਣ ਦੀ ਜਾਂਚ ਨਹੀਂ, ਇਹਦੇ ਸਿਧਾਂਤ ਨੇ, ਇਹਦੇ ਅਸੂਲ ਨੇ, ਇਹਦੀ ਮਰਿਆਦਾ ਆ, ਉਹ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਲੇਕਿਨ ਖਾਣਾ ਖਾ ਲਿਆ, ਇੰਜੈਸ਼ਨ ਹੋ ਗਿਆ, ਉਸ ਤੋਂ ਬਾਅਦ ਡਾਈਜੈਸ਼ਨ ਜਿਹੜਾ ਆ ਉਹ ਸਾਡੇ ਹੱਥ ਵੱਸ ਨਹੀਂ। ਡਾਈਜੈਸ਼ਨ ਦੇ ਵਿੱਚ ਹਾਈਡਰੋਕਲੋਰਿਕ ਐਸਿਡ ਪੇਟ ਦੇ ਵਿੱਚੋਂ ਊਜ਼ ਹੋਣਾ ਆ, ਉਹਨੇ ਖਾਣੇ ਨੂੰ ਗਾਲਣਾ ਆ, ਅੱਗੇ ਫਰਦਰ ਡਾਈਜੈਸਟਿਵ ਐਂਜ਼ਾਈਮਸ ਆ, ਉਹਨਾਂ ਨੇ ਕਨਵਰਸ਼ਨ ਕਰਨੀ ਆ, ਤੇ ਸਾਡੇ ਖਾਣੇ ਦੇ ਵਿੱਚੋਂ ਰਸ ਸੱਤ ਜਿਹੜਾ ਕਿ ਸਾਡੇ ਕੋਲ ਗਰੋਥ, ਡਿਵੈਲਪਮੈਂਟ ਐਂਡ ਮੇਨਟੇਨੈਂਸ ਵਾਸਤੇ, ਬਾਡੀ ਦੇ ਵਾਸਤੇ, ਉਹ ਸਰੀਰ ਆਪਣੇ ਆਪ ਕਰਦਾ ਹੈ। ਡਾਈਜੈਸ਼ਨ ਤੋਂ ਬਾਅਦ ਐਬਜ਼ੌਰਪਸ਼ਨ ਆ ਕਿ ਉਹ ਸਾਰਾ ਕੁਝ ਜਿੰਨਾ ਵੀ ਰਸ ਗੁਣ ਵੀਰਿਆ ਵਿਪਾਕ ਸਾਡੇ ਵਿੱਚੋਂ ਰਸ ਸੱਤ ਨਿਕਲਿਆ ਖਾਣੇ ਚੋਂ, ਉਹਨੇ ਮਾਈਨਿਊਟ ਸੈਲਸ ਤੱਕ ਲੈ ਕੇ ਜਾਣਾ, ਜਿਹਦੇ ਨਾਲ ਸਾਡੇ ਸਰੀਰ ਦੇ ਪ੍ਰੋਸੈਸਸ ਚੱਲਦੇ ਆ, ਸਾਡੀ ਗਰੋਥ ਹੁੰਦੀ ਹੈ, ਸਾਡੀ ਡਿਵੈਲਪਮੈਂਟ ਹੁੰਦੀ ਹੈ, ਸਾਡੀ ਮੇਨਟੇਨੈਂਸ ਹੈ, ਉਹ ਹੋਣਾ ਜੀ। ਔਰ ਸਭ ਤੋਂ ਇੰਪੋਰਟੈਂਟ ਹੈ ਇਵੈਕੂਏਸ਼ਨ। ਇਵੈਕੂਏਸ਼ਨ ਦਾ ਮਤਲਬ ਹੈ ਜਿਹੜਾ ਵੇਸਟ ਹੈ ਉਹ ਟੌਕਸਿਕ ਆ, ਬੜਾ ਸਮੈਲੀ ਆ, ਉਹਦੇ ਚ ਬੜੇ ਕੈਮੀਕਲ ਨੇ ਜਿਹੜੇ ਘਾਤਕ ਨੇ, ਉਹਨੇ ਪ੍ਰੋਸੈਸਸ ਦੇ ਵਿੱਚੋਂ ਘਾਤਕ ਬਣ ਚੁੱਕੇ ਨੇ, ਉਹ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ, ਜਿਹਨੂੰ ਅਸੀਂ ਸਟੂਲ ਪਾਸ ਕਰਨਾ ਕਹਿੰਦੇ ਹਾਂ। ਸੋ ਇਵੈਕੂਏਸ਼ਨ, ਪੇਟ ਦਾ ਸਾਫ਼ ਹੋਣਾ। ਸੋ ਇੰਜੈਸ਼ਨ, ਡਾਈਜੈਸ਼ਨ, ਐਬਜ਼ੌਰਪਸ਼ਨ ਐਂਡ ਇਵੈਕੂਏਸ਼ਨ। ਇਵੈਕੂਏਸ਼ਨ ਜਿਹੜਾ ਚੌਥਾ ਆ ਉਹ ਸਭ ਤੋਂ ਅਹਿਮ ਹੈ। ਉੱਥੇ ਕੁਤਾਹੀ ਹੋ ਗਈ ਤੇ ਫਿਰ ਸਮਝੋ ਤੁਸੀਂ ਕਿ ਆਟੋ ਇੰਟੌਕਸੀਕੇਸ਼ਨ ਹੈ। ਆਪਣਾ ਸਰੀਰ ਆਪਣੇ ਆਪ ਨੂੰ ਆਪ ਹੀ ਗੰਦਲਾ ਕਰ ਰਿਹਾ ਹੈ, ਜਿਹਦੇ ਕਰਕੇ ਤੁਹਾਡੇ ਸਰੀਰ ਦੀ ਇਮਿਊਨਿਟੀ ਤੇ ਰੈਜ਼ਿਸਟੈਂਸ ਘਟ ਜਾਣੀ ਆ, 20 ਬਿਮਾਰੀਆਂ ਨੇ ਤੁਹਾਨੂੰ ਆਪ ਘੇਰ ਲੈਣਾ। ਆਟੋ ਇੰਟੌਕਸੀਕੇਸ਼ਨ ਮੀਨਸ ਕਿ ਜਿਹੜਾ ਵੇਸਟ ਸੀ ਸਾਡੀ ਬਾਡੀ ਚੋਂ ਸਪੈਸੀਫਿਕ ਇੰਟਰਵਲਸ ਤੇ ਇਵੈਕੂਏਟ ਬਾਹਰ ਨਿਕਲਣਾ ਚਾਹੀਦਾ, ਉਹ ਜਦੋਂ ਨਹੀਂ ਨਿਕਲਦਾ ਤੇ ਫਿਰ ਬਹੁਤ ਵਾਰੀ ਤੇ ਪੇਟ ਸਾਫ਼ ਨਾ ਹੋਵੇ ਤੇ ਸਿਰ ਦੇ ਵਿੱਚ ਟਸ ਹੋਣਾ ਸ਼ੁਰੂ ਹੋ ਜਾਂਦਾ। ਬਹੁਤ ਵਾਰੀ ਅਸੀਂ ਅਨਈਜ਼ੀ ਫੀਲ ਕਰਦੇ ਹਾਂ। ਬਹੁਤ ਵਾਰੀ ਤੁਹਾਨੂੰ ਉੱਪਰ ਸਾਰਾ ਗੈਸਟ੍ਰੋਇੰਟੇਸਟਾਈਨਲ ਪ੍ਰੋਸੈਸਸ ਹੀ ਖਰਾਬ ਹੋ ਜਾਂਦੇ, ਸਾਰੇ ਡਕਾਰ ਹੋਣੇ ਸ਼ੁਰੂ ਹੋ ਜਾਣਗੇ, ਐਸਿਡ ਰਿਫਲਕਸ ਹੋਣੇ ਸ਼ੁਰੂ ਹੋ ਜਾਣਗੇ, ਪਿੱਛੇ ਅੱਗੇ ਕਬਜ਼ ਹੈ। ਹੁਣ ਇਹ 2 ਚੀਜ਼ਾਂ ਨੇ, ਕਬਜ਼ ਇੱਕ ਤੇ ਹੈਗਾ ਹਾਰਡ ਸਟੂਲ। ਹਾਰਡ ਸਟੂਲ ਦਾ ਮਤਲਬ ਹੈ ਕਈਆਂ ਨੂੰ 2-2 ਦਿਨ, 3-3 ਦਿਨ, 4-4 ਦਿਨ ਸਟੂਲ ਪਾਸ ਨਹੀਂ ਹੁੰਦਾ। ਜਿੰਨੇ ਦਿਨ ਵੱਧ ਹੁੰਦੇ ਜਾਂਦੇ ਆ ਉਨਾ ਹੀ ਹਾਰਡ ਹੁੰਦਾ ਜਾਂਦਾ ਸਟੂਲ, ਜਿਹਦੀਆਂ ਅੱਗੋਂ ਕੀ ਹੈ ਕਿ ਐਨੋਰੈਕਟਲ ਕਈ ਤਰ੍ਹਾਂ ਦੀਆਂ ਪਾਈਲਸ ਹੋ ਗਈਆਂ, ਫਿਸ਼ਰ ਹੋ ਗਏ, ਕਈ ਤਰ੍ਹਾਂ ਦੀਆਂ ਪ੍ਰੋਬਲਮਸ ਵੀ ਹੋ ਜਾਂਦੀਆਂ। ਹਾਰਡ ਸਟੂਲ। ਹੁਣ ਪਹਿਲਾਂ ਮੈਂ ਹਾਰਡ ਸਟੂਲ ਦੀ ਗੱਲ ਕਰਾਂਗਾ, ਫਿਰ ਮੈਂ ਫਲੈਚੂਲੈਂਸ ਦੀ ਗੱਲ ਕਰਾਂਗਾ। ਹਾਰਡ ਸਟੂਲ ਦਾ, ਕਬਜ਼ ਦਾ ਮਤਲਬ ਇਹ ਹੈ ਕਿ ਹੁਣ ਅਸੀਂ ਕੀ ਕਰਨਾ ਆ ਜੇ ਹਾਰਡ ਸਟੂਲ ਹੋ ਗਿਆ, 1, 2, 3, 4 ਦਿਨ ਸਟੂਲ ਪਾਸ ਨਹੀਂ ਹੋਇਆ। ਇਹਦੇ ਵਿੱਚ ਅਕਸਰ ਡਾਕਟਰਸ ਲੋਕ ਕਹਿੰਦੇ ਨੇ ਜਾਂ ਹੈਲਥ ਐਡਵਾਈਜ਼ਰਸ ਕਹਿੰਦੇ ਨੇ ਕਿ ਪਾਣੀ ਜ਼ਿਆਦਾ ਪੀਓ। ਹਾਂ, ਵਧੀਆ ਗੱਲ ਹੈ, ਪਾਣੀ ਤੇ ਜ਼ਿਆਦਾ ਪੀਣਾ ਹੀ ਚਾਹੀਦਾ, ਇਹ ਤੇ ਸਾਡੀ ਵੈਸੇ ਹੀ ਜ਼ਰੂਰਤ ਹੈ।
4 ਤੋਂ 6 ਲੀਟਰ ਪਾਣੀ ਰੋਜ਼ ਸਾਡੇ ਅੰਦਰ ਜਾਣਾ ਚਾਹੀਦਾ ਹੈ ਸਰੀਰ ਦੇ ਪ੍ਰੋਸੈਸਿਸ। ਲੇਕਿਨ ਕਬਜ਼ ਹੋ ਗਈ ਤੇ ਮੈਂ ਇਹ ਦੱਸਣਾ ਚਾਹਾਂਗਾ ਕਿ ਇੱਕ ਜ਼ਿੰਦਗੀ ਦੀ ਆਦਤ ਬਣਾ ਲੈਣੀ ਆ ਕਿ ਜਦੋਂ ਵੀ ਰੋਟੀ ਖਾਣੀ ਅਸੀਂ ਰੋਟੀ ਖਾਣੀ ਦਾ ਮਤਲਬ ਹੁੰਦਾ ਰੋਟੀ ਖਾਂਦੇ ਹਾਂ ਅਸੀਂ। ਸਾਡੇ ਭਾਈਚਾਰੇ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਰੋਟੀ ਖਾਣੀ ਇੰਪੋਰਟੈਂਟ ਹੈ। ਸੋ ਰੋਟੀ ਜਿਹੜੀ ਕਿ ਮੋਸਟਲੀ ਕਣਕ ਤੋਂ ਬਣਦੀ ਹੈ, ਕਿਤੇ ਕਿਤੇ ਮੱਕੀ ਹੈ, ਸਵਾਦ ਲਈ ਟੇਸਟ ਹੈ। ਰੋਟੀ ਖਾਂਦੇ ਹਾਂ ਅਸੀਂ, ਰੋਟੀ ਵੇਲਾ ਹੋ ਗਿਆ, ਰੋਟੀ ਖਾਣੀ ਹੈ, ਰੋਟੀ ਤੇ ਸੱਦਣਾ, ਰੋਟੀ ਕਰਨੀ ਹੈ, ਰੋਟੀ ਹੈ। ਉਸ ਰੋਟੀ ਨੂੰ 4 ਤੋਂ ਘਟਾ ਕੇ 2 ਕਰ ਦੋ ਤੇ ਇੱਕ ਰੋਟੀ ਦੇ ਸੈਲਡਸ ਤੇ ਇੱਕ ਰੋਟੀ ਦੇ ਫਰੂਟ, ਉਹਨਾਂ ਕੁਆਂਟਮ ਹੈ ਜਿਹੜਾ ਉਹ ਤੁਸੀਂ ਫਰੂਟ ਤੇ ਸੈਲਡਸ ਲੈ ਲਓ। ਗਰੀਬ ਘਰਾਂ ਦੇ ਵਿੱਚ ਸ਼ਾਇਦ ਅਫੋਰਡ ਨਾ ਹੋਵੇ, ਪਰ ਜਿਹੋ ਜਿਹਾ ਵੀ ਪੱਤਾ ਮਿਲੇ, ਫੁੱਲ ਮਿਲੇ, ਫਲ ਮਿਲੇ, ਜੋ ਮਿਲਦਾ ਹੈ ਸੈਲਡਸ ਦੇ ਵਿੱਚ ਜਿਹੜੀਆਂ ਸੀਜ਼ਨਲ ਸਸਤੀਆਂ ਹੁੰਦੀਆਂ ਉਹ ਲੈ ਆਓ। ਸੋ ਪਹਿਲਾਂ ਸੈਲਡਸ ਜ਼ਰੂਰ ਲੈਣੇ ਆ। ਇੱਕ ਰੋਟੀ ਦਾ ਜਿਹੜਾ ਕੁਆਂਟੀਟੀ ਹੈ ਉਹਦਾ ਸੈਲਡ ਰੋਟੀ ਤੋਂ ਪਹਿਲਾਂ ਢਿੱਡ ਭਰ ਲਓ। ਉਹ ਪੱਤਿਆਂ ਦਾ ਹੋ ਸਕਦਾ, ਗੋਭੀ ਦਾ ਹੋ ਸਕਦਾ, ਗਾਜਰਾਂ ਦਾ ਹੋ ਸਕਦਾ, ਮੂਲੀ ਦਾ ਹੋ ਸਕਦਾ, ਟਮਾਟਰ ਦਾ ਹੋ ਸਕਦਾ, ਖੀਰੇ ਦਾ ਹੋ ਸਕਦਾ, ਜੋ ਸਸਤਾ ਮਿਲਦਾ। ਸਸਤਾ ਹੀ ਲੈਣਾ, ਮਹਿੰਗਾ ਲੈਣ ਦੀ ਜ਼ਰੂਰਤ ਨਹੀਂ, ਕਿਉਂਕਿ ਜਿਹੜਾ ਵੀ ਆਫ ਟਾਈਮ ਹੁੰਦਾ ਆ ਉਹਦੇ ਚੋਂ ਮਹਿੰਗੀ ਹੋ ਜਾਂਦੀ ਚੀਜ਼। ਉਸ ਤੋਂ ਬਾਅਦ ਰੋਟੀ ਤੋਂ ਬਾਅਦ 5 ਕਿਸਮ ਦੇ ਫਲ ਖਾਣੇ ਬੜੇ ਜ਼ਰੂਰੀ ਹੈ। ਬਹੁਤ ਘਰਾਂ 'ਚ ਅਫੋਰਡ ਨਹੀਂ ਹੋਣੇ, ਜਿਨ੍ਹਾਂ ਕੋਲੋਂ ਨਹੀਂ ਹੁੰਦੇ ਉਹ ਸੈਲਡ ਦੇ ਉੱਤੇ ਪੂਰਾ ਜ਼ੋਰ ਲਾ ਦਿਓ, ਸਬਜ਼ੀ ਦੇ ਉੱਤੇ ਪੂਰਾ ਜ਼ੋਰ ਲਾ ਦਿਓ, ਕਿਉਂਕਿ ਰਫੇਜ ਚਾਹੀਦਾ। ਜਦੋਂ ਰਫੇਜ ਨਹੀਂ ਹੁੰਦਾ, ਫਾਈਬਰ ਨਹੀਂ ਹੁੰਦਾ, ਉਸ ਵੇਲੇ ਵੀ ਸਾਨੂੰ ਕਬਜ਼ ਹੁੰਦੀ ਹੈ। ਸੋ ਇਸ ਕਰਕੇ ਰੋਟੀ ਤੋਂ ਪਹਿਲਾਂ ਰੱਜ ਕੇ ਸਲਾਦ ਖਾਓ, ਫਿਰ ਰੋਟੀ ਘਟਾ ਲਓ 4 ਤੋਂ 2, 2 ਤੋਂ 1, ਤੇ ਉਸ ਤੋਂ ਬਾਅਦ ਜਿਹੜੇ ਅਫੋਰਡ ਕਰਦੇ ਨੇ ਉਹ ਫਲ ਵੀ ਜ਼ਰੂਰ ਖਾਣ। ਉਹਦੇ ਨਾਲ ਤੁਹਾਨੂੰ ਇਨਫ ਰਫੇਜ ਮਿਲ ਗਈ ਹੈ। ਪਲੱਸ ਜਿਹੜਾ ਅਸੀਂ ਹਾਰਮੋਨੀਅਸ ਫੂਡ ਕਹਿੰਦੇ ਆ, 36 ਪਦਾਰਥ ਸੰਮਿਲਿਤ, ਉਹ ਇਹਨਾਂ ਚੀਜ਼ਾਂ ਤੋਂ ਮਿਲਦਾ ਹੈ, ਫਲਾਂ ਤੋਂ ਮਿਲਦਾ, ਸਬਜ਼ੀਆਂ ਤੋਂ ਮਿਲਦਾ। ਲੇਕਿਨ ਖਾਣ ਪੀਣ ਦੀਆਂ ਆਦਤਾਂ ਦੇ ਵਿੱਚ ਵੀ ਬਦਲਾਅ ਲੈ ਕੇ ਆਉਣਾ ਪੈਣਾ ਹੈ। ਭੁੱਖ ਲੱਗੇ ਤੇ ਖਾਓ, ਨਹੀਂ ਤੇ ਨਾ ਖਾਓ। ਖਾਣੇ ਦੇ ਦਰਮਿਆਨ ਪਾਣੀ ਨਾ ਪੀਓ, 40 ਮਿੰਟ ਬਾਅਦ ਪੀਓ। ਦੁਪਹਿਰ ਦਾ ਖਾਣਾ ਖਾ ਕੇ, ਜਿੱਥੇ ਕਿਤੇ ਲੋਕ ਲੇਟਦੇ ਆ, ਲੇਟ ਸਕਦੇ ਆ। ਰਾਤ ਦਾ ਖਾਣਾ ਖਾ ਕੇ ਸਾਨੂੰ ਜ਼ਰੂਰ ਟਹਿਲਣਾ ਚਾਹੀਦਾ ਹੈ। ਤੇ ਦਹੀਂ ਵਰਗੀਆਂ ਚੀਜ਼ਾਂ, ਸ਼ਹਿਦ ਵਰਗੀਆਂ ਚੀਜ਼ਾਂ ਰਾਤ ਨੂੰ ਨਹੀਂ ਲੈਣੀਆਂ ਚਾਹੀਦੀਆਂ। ਇੰਨਾ ਅਸੀਂ ਜ਼ਰੂਰ ਕਰ ਲਈਏ ਤੇ ਫਿਰ ਅਸੀਂ ਕਬਜ਼ ਤੋਂ ਨਿਜਾਤ ਪਾ ਸਕਦੇ ਹਾਂ। ਛੋਟੇ ਬੱਚੇ ਤੇ ਜਿਹੜੇ 80 ਸਾਲ ਦੇ ਬਜ਼ੁਰਗ ਹੈ, ਉੱਥੇ ਬੜੀ ਮੁਸ਼ਕਲ ਆਉਂਦੀ ਹੈ। ਬਹੁਤ ਸਾਰੀਆਂ ਮਦਰਸ, ਬਹੁਤ ਸਾਰੇ ਲੋਕ ਸਾਨੂੰ ਫੋਨ ਕਰਦੇ ਆ। ਮੈਂ ਇਹ ਕਹਾਂਗਾ ਕਿ ਬਹੁਤ ਹਾਰਡ ਸਟੂਲ ਹੈ ਤੇ ਕੇਸਟਰ ਆਇਲ, ਅਰਿੰਡ ਦਾ ਤੇਲ ਹਰ ਜਗ੍ਹਾ ਤੇ ਮਿਲਦਾ ਹੈ, ਕੇਸਟਰ ਆਇਲ ਹਰ ਜਗ੍ਹਾ ਤੇ ਮਿਲਦਾ ਹੈ। 1 ਚਮਚ ਤੋਂ ਲੈ ਕੇ 3 ਚਮਚ ਤੱਕ ਬੱਚੇ ਨੂੰ ਬਹੁਤ ਘੱਟ ਹੋਏਗਾ। ਥੋੜੀ ਪ੍ਰੋਬਲਮ ਵਾਲੇ ਨੂੰ ਥੋੜਾ ਦਿਓ, ਲੇਕਿਨ ਵੇਰੀਏਸ਼ਨ ਹੋ ਸਕਦੀ ਹੈ। ਰਾਤ ਨੂੰ ਗਰਮ ਦੁੱਧ ਦੇ ਵਿੱਚ ਮਿਲਾ ਕੇ ਲਓਗੇ ਤੇ ਸਵੇਰੇ ਪੇਟ ਸਾਫ਼ ਹੋ ਜਾਏਗਾ। ਉਹ ਤੁਸੀਂ ਲੈ ਸਕਦੇ ਹੋ। ਪਰ ਇੱਕ ਗੱਲ ਪੱਕੀ ਯਾਦ ਰੱਖੋ, ਹਰ ਘਰ ਦੇ ਵਿੱਚ ਇਸ ਬਗੋਲ ਦਾ ਹਸਕ ਹੋਣਾ ਚਾਹੀਦਾ, ਕਿਉਂਕਿ ਸਾਡੇ ਖਾਣੇ ਦੇ ਵਿੱਚੋਂ ਫਾਈਬਰ ਉੱਡ ਗਿਆ ਹੋਇਆ। ਇਹ ਲੈਗਜ਼ੇਟਿਵ ਫਾਈਬਰ ਹੈ। ਇਸ ਬਗੋਲ ਸੀਲੀਅਕ ਹਸਕ ਕਹਿੰਦੇ ਨੇ। ਇਸ ਬਗੋਲ ਦਾ ਛਿਲਕਾ, ਇਸ ਬਗੋਲ ਦਾ ਸੱਕ, ਇੱਕ ਵੱਡਾ ਕੜਛੀ ਵਰਗਾ ਚਮਚ ਰਾਤੀ ਅੱਧੇ ਗਲਾਸ ਤਾਜ਼ੇ ਪਾਣੀ 'ਚ ਹਿਲਾ ਕੇ ਲੈ ਲਓ, ਸਟੂਲ ਦੀ ਫਾਰਮੇਸ਼ਨ ਠੀਕ ਹੋ ਜਾਏਗੀ। ਗੈਸ ਹੈ, ਫਲੈਚੂਲੈਂਸ ਹੈ, ਉਹ ਸਾਰੇ ਦਾ ਸਾਰਾ ਕਲੀਅਰ ਹੋ ਜਾਂਦਾ ਹੈ, ਪੇਟ ਸਾਫ਼ ਹੋ ਜਾਂਦਾ ਹੈ। ਉਹਦੇ ਨਾਲ ਜਾਨ ਵੀ ਸੌਖੀ ਰਹਿੰਦੀ ਹੈ। ਸੋ ਫਲੈਚੂਲੈਂਸ ਦਾ ਮਤਲਬ ਹੈ 1, 2, 3, 4 ਵਾਰੀ ਤੁਸੀਂ ਟਾਇਲਟ ਗਏ ਹੋ, ਪੇਟ ਫਿਰ ਸਾਫ਼ ਨਹੀਂ ਹੋਇਆ, ਉਸੇ ਤਰੀਕੇ ਦੇ ਨਾਲ ਤੁਸੀਂ ਕੰਮ ਤੇ ਚਲੇ ਗਏ ਹੋ, ਸਾਰਾ ਦਿਨ ਆਵਾਜ਼ਾਰ ਰਹਿੰਦੇ ਹੋ, ਉਹ ਫਲੈਚੂਲੈਂਸ ਹੈ। ਕਿ ਸਟੂਲ ਦੀ ਫਾਰਮੇਸ਼ਨ ਨਾ ਠੀਕ ਹੋਣੀ। ਔਰ ਇਰੀਟੇਬਲ ਬਾਉਲ ਸਿੰਡਰੋਮ ਇਸ ਵੇਲੇ ਦੁਨੀਆ ਦਾ ਬਹੁਤ ਵੱਡਾ ਦੈਂਤ ਬਣਿਆ ਹੋਇਆ ਹੈ, ਉਹ ਅਸੀਂ ਰਹਿਣ ਨਹੀਂ ਦੇਣਾ। ਸੋ ਇਸ ਕਰਕੇ ਇਸ ਬਗੋਲ ਦਾ ਹਸਕ ਸਟੂਲ ਨੂੰ ਬਾਈਂਡ ਕਰਦਾ, ਲੈਗਜ਼ੇਟਿਵ ਫਾਈਬਰ ਹੈ। ਕੇਸਟਰ ਆਇਲ ਲੁਬਰੀਕੈਂਟ ਹੈ, ਖਾਸ ਕਰਕੇ ਜਿਨ੍ਹਾਂ ਦੇ ਬਹੁਤ ਖੁਸ਼ਕੀ ਹੋ ਜਾਂਦੀ ਹੈ, ਪਾਈਲਸ ਔਰ ਫਿਸ਼ਰ ਤੱਕ ਹੋ ਜਾਂਦੇ ਆ, ਉਹ ਇਹਦੇ ਨਾਲ ਆਪਣਾ ਘਰੇਲੂ ਉਪਚਾਰ ਕਰ ਸਕਦੇ ਆ। ਪਰ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਤੇ ਖਾਣ ਪੀਣ ਦੇ ਸਟਫ ਦੇ ਵਿੱਚ ਤੁਹਾਡੇ ਕੋਲ ਇਨਫ ਫਾਈਬਰ ਹੋਣਾ ਚਾਹੀਦਾ ਹੈ। ਸੋ ਇੰਨਾ ਕੁ ਅਸੀਂ ਬਦਲਾਅ ਕਰ ਲਈਏ ਕਿ ਸਾਨੂੰ ਫਲੈਚੂਲੈਂਸ ਔਰ ਕਬਜ਼, ਹਾਰਡ ਸਟੂਲ ਵਾਲੀਆਂ ਪ੍ਰੋਬਲਮ ਤੋਂ ਅਸੀਂ ਬਚ ਸਕਦੇ ਹਾਂ। ਥੋੜਾ ਜਿਹਾ ਡਾਈਟ ਔਰ ਖਾਣ ਪੀਣ ਦੇ ਤੌਰ ਤਰੀਕਿਆਂ 'ਚ ਬਦਲਾਅ ਲਿਆਉਣਾ ਪਏਗਾ। ਇੱਥੇ ਡਾਕਟਰ ਸਾਹਿਬ ਇੱਕ ਚੀਜ਼ ਇਹ ਨਾ, ਹੁਣ 2-3 ਚੀਜ਼ਾਂ ਦੇ ਨਾਲ ਰਲ ਗਈ। ਆਮ ਹੀ ਲੋਕ ਸ਼ਿਕਾਇਤ ਕਰ ਦਿੰਦੇ ਆ ਵੀ ਕੰਮ ਬੜਾ ਸੀ ਯਾਰ, ਹੁਣ ਤਾਂ ਥੱਕ ਗਏ, ਹੈ ਨਾ, ਥਕਾਵਟ ਬੜੀ ਹੋ ਗਈ। ਹੁਣ ਜਿਹੜੇ ਬੰਦੇ ਨੇ ਕੰਮ ਕਰਨਾ ਉਹਨੂੰ ਥਕਾਵਟ ਤਾਂ ਹੋਣੀ ਹੈ, ਪਰ ਕਈ ਬੰਦੇ ਕਹਿੰਦੇ ਵੀ ਨਹੀਂ ਥੱਕਦੇ, ਪਰ ਕਈ ਜੇ ਥੋੜ੍ਹਾ ਜਿਹਾ ਤੁਰਨ ਫਿਰਨ ਵੀ ਜਾਂ ਥੋੜ੍ਹਾ ਜਿਹਾ ਕੰਮ ਹੀ ਕਰਨ ਤੇ ਤਾਂ ਵੀ ਥੱਕ ਜਾਂਦੇ।
ਇਹ ਹੁਣ ਥਕਾਵਟ ਦਾ ਜਿਹੜਾ ਉਹ ਵੀ ਕੋਈ ਮੇਜਰ ਹੈ, ਜਾਂ ਥਕਾਵਟ ਕੋਈ ਬਿਮਾਰੀ ਹੈ, ਜਾਂ ਜੇ ਹੁੰਦੀ ਹੈ ਤੇ ਉਹਦਾ ਵੀ ਕੋਈ ਖੁਰਾਕ ਦੇ ਵਿੱਚ ਹੀ ਕੋਈ ਵਾਧ ਘਾਟ ਹੈ, ਜਾਂ ਫਿਰ ਕੋਈ ਹੋਰ ਕਾਰਨ ਹੈ ਜੀ? ਦੋਵੇਂ ਚੀਜ਼ਾਂ ਹੈ। ਜ਼ਿੰਦਗੀ ਦੀ ਸ਼ੈਲੀ ਨੂੰ ਬਦਲਣਾ ਪਏਗਾ। ਆਹਾਰ ਤੋਂ ਬਾਅਦ ਤੁਹਾਡਾ ਵਿਵਹਾਰ ਔਰ ਰੋਜ਼ਮਰਰਾ ਦੀ ਜਿਹੜੀ ਦਿਨਚਰਿਆ ਹੈ, ਤੁਹਾਡਾ ਜੀਵਨ ਸ਼ੈਲੀ ਆ, ਉਹਦੇ 'ਚ ਬਦਲਾਅ ਲੈ ਕੇ ਆਉਣਾ ਪਏਗਾ। ਮੈਂ ਅਕਸਰ ਇਹ ਗੱਲ ਕਰਦਾ ਹੁੰਦਾ ਹੈ ਕਿ ਕੁਦਰਤ ਨੇ ਇਹ ਕਿਹਾ ਆ ਸਾਨੂੰ ਕਿ ਸਾਡਾ ਸਰੀਰ ਜਿਹੜਾ ਆ ਉਹ ਵਾਈਬ੍ਰੇਸ਼ਨ ਦੇ ਨਾਲ ਚੱਲਦਾ ਆ। ਵਾਈਬ੍ਰੇਸ਼ਨ ਤੋਂ ਵੀ ਪਹਿਲਾਂ ਸਟਿਮੂਲੇਸ਼ਨ ਦੇ ਨਾਲ ਚੱਲਦਾ ਹੈ। ਸਟਿਮੂਲੇਸ਼ਨ ਤੋਂ ਬਾਅਦ ਵਾਈਬ੍ਰੇਸ਼ਨਸ ਨੇ, ਵਾਈਬ੍ਰੇਸ਼ਨ ਤੋਂ ਬਾਅਦ ਜਰਕਸ ਨੇ, ਜਰਕਸ ਤੋਂ ਬਾਅਦ ਮੂਵਮੈਂਟਸ ਨੇ, ਜਿਹਦੇ ਨਾਲ ਸਾਡਾ ਸਰੀਰ ਸੰਚਾਲਿਤ ਹੁੰਦਾ ਹੈ। ਹੁਣ ਸਟਿਮੂਲੇਸ਼ਨ ਸਾਨੂੰ ਕਿੱਥੋਂ ਮਿਲਦੀ ਹੈ, ਵਾਈਬਸ ਕਿੱਥੋਂ ਮਿਲਦੀਆਂ ਨੇ, ਜਰਕਿੰਗ ਕਿੱਥੋਂ ਮਿਲਦੀ ਹੈ, ਮੂਵਮੈਂਟਸ ਕਿੱਥੋਂ ਮਿਲਦੀਆਂ, ਉਹ ਚੀਜ਼ਾਂ ਤੇ ਅਸੀਂ ਪਰੇ ਰੱਖ ਦਿੱਤੀਆਂ ਹੋਈਆਂ। ਸੋ ਮਿਹਰਬਾਨੀ ਕਰਕੇ ਰਨਿੰਗ, ਜੋਗਿੰਗ, ਵਾਕਿੰਗ ਇਜ਼ ਮਸਟ। ਆਪਣੀ ਉਮਰ ਦੇ ਮੁਤਾਬਕ, ਆਪਣੀ ਫਿਜ਼ੀਕਲ ਫਿਟਨੈਸ ਦੇ ਮੁਤਾਬਕ ਸਾਨੂੰ ਫਿਜ਼ੀਕਲ ਐਕਸਰਸ਼ਨ ਜ਼ਰੂਰ ਕਰਨੀ ਚਾਹੀਦੀ ਹੈ। ਜੇ ਅਸੀਂ ਫਿਜ਼ੀਕਲ ਐਕਸਰਸ਼ਨ ਨਹੀਂ ਕਰਦੇ ਤੇ ਸਾਡਾ ਹਾਜ਼ਮਾ ਵੀ ਦਰੁਸਤ ਨਹੀਂ ਰਹਿਣਾ, ਔਰ ਸਾਡੇ ਸਰੀਰ ਦੇ 9 ਦੇ 9 ਹੀ ਸਿਸਟਮ ਸੰਚਾਲਿਤ ਕਰਨ ਵਾਸਤੇ ਸਾਨੂੰ ਆਪਣੇ ਅੰਦਰ ਖੁਦ ਹੀਟ ਪ੍ਰੋਡਿਊਸ ਕਰਨੀ ਪਏਗੀ, ਵਾਈਬ੍ਰੇਸ਼ਨਸ ਪੈਦਾ ਕਰਨੀਆਂ ਪੈਣਗੀਆਂ, ਸਟਿਮੂਲੇਸ਼ਨ ਪੈਦਾ ਕਰਨੀ ਪਏਗੀ। ਮੂਵਮੈਂਟ ਚਾਹੇ ਉਹ ਆਈਸੋਟੋਨਿਕ ਹੋਏ, ਉਹ ਆਈਸੋਮੀਟ੍ਰਿਕ ਹੋਏ, ਚਾਹੇ ਅਸੀਂ ਡੰਬਲ ਜਿਮ ਕਰਦੇ ਹਾਂ, ਚਾਹੇ ਅਸੀਂ ਵੈਸੇ ਵਾਕ ਕਰਦੇ ਹਾਂ, ਦੈਟ ਇਜ਼ ਮਸਟ। ਸੋ ਇਹ ਜ਼ਿੰਦਗੀ ਦਾ ਆਧਾਰ ਬਣ ਜਾਣਾ ਚਾਹੀਦਾ ਹੈ ਕਿ ਕਿੱਥੇ ਸਾਨੂੰ ਜਦੋਂ ਅਸੀਂ ਚਾਹ ਪੀਂਦੇ ਹਾਂ ਉਹ ਸਟਿਮੂਲੇਸ਼ਨ ਵੀ ਹੈ। ਜਿੱਥੇ ਕਿਤੇ ਸਟਿਮੂਲੇਸ਼ਨ ਸਾਨੂੰ ਮਿਰਚੀ ਲੈਂਦੇ ਹਾਂ, ਉਹ ਸਾਡੇ ਅੰਦਰ ਇੱਕ ਸਟਿਮੂਲੇਸ਼ਨ ਦਿੰਦੀ ਹੈ। ਮਿਰਚ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਯੂਜ਼ ਹੁੰਦੀ ਹੈ। ਸੋ ਮੈਂ ਹਰੀ ਮਿਰਚ, ਲਾਲ ਮਿਰਚ ਖਾਣ ਨੂੰ ਨਹੀਂ ਕਹਿੰਦਾ, ਪਰ ਮੈਂ ਗੱਲ ਕਰ ਰਿਹਾ ਸਟਿਮੂਲੇਸ਼ਨ ਦੀ, ਜਿਹੜਾ ਕਿ ਸਾਈਕੋਸੋਮੈਟਿਕ ਆਧਾਰ ਬਣਾ ਕੇ ਬੜੀਆਂ ਸਾਰੀਆਂ ਸਟਿਮੂਲੇਸ਼ਨ ਸਾਨੂੰ ਚਾਹੀਦੀਆਂ, ਉਹ ਮੈਨੇਜ ਹੋਣੀਆਂ ਚਾਹੀਦੀਆਂ। ਉਤੇਜਨਾ ਚਾਹੀਦੀ ਹੈ। ਚਾਹ ਪੀ ਕੇ ਵੀ ਉਤੇਜਨਾ ਲੈਂਦੇ ਹਾਂ ਅਸੀਂ, ਚਾਹ ਬਹੁਤਿਆਂ ਨੂੰ ਐਸਿਡ ਕਰਦੀ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਖਾਣ ਪੀਣ। ਉਤੇਜਨਾ ਬੜੀ ਜ਼ਰੂਰੀ ਹੈ। ਉਤੇਜਨਾ ਤੋਂ ਬਾਅਦ ਜਿਹੜੀਆਂ ਮੈਂ ਕਿਹਾ ਮੂਵਮੈਂਟਸ ਹੈ, ਜਰਕਿੰਗ ਨੇ, ਵਾਈਬ੍ਰੇਸ਼ਨਸ ਨੇ, ਉਹ ਸਾਨੂੰ ਫਿਜ਼ੀਕਲ ਐਕਸਰਸ਼ਨ ਤੋਂ ਹੋਈਆਂ। ਸੋ ਸ਼ੈਲੀ ਬਦਲਣੀ ਪਏਗੀ, ਜੀਵਨ ਦਾ ਸਟਾਈਲ ਬਦਲਣਾ ਪਏਗਾ। ਜੀਵਨ ਸ਼ੈਲੀ ਅਗਰ ਬਦਲਦੀ ਹੈ ਤੇ ਮੈਂ ਸਮਝਣਾ ਕਿ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ, ਨਿਜਾਤ ਪਾ ਸਕਦੇ ਹਾਂ। ਔਰ ਪਹਿਲਾਂ ਬਿਮਾਰ ਹੋਏ ਜਿੱਥੇ ਕਿ ਦਰਦਾਂ ਨੇ, ਦੁੱਖ ਆ, ਤਕਲੀਫ ਆ, ਆਲਸ ਆ, ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਉਹਦੇ ਤੋਂ ਅਸੀਂ ਰੀਹੈਬਿਲਿਟੇਸ਼ਨ ਕਰ ਸਕਦੇ ਹਾਂ। ਸੋ ਇਹ ਫਿਜ਼ੀਕਲ ਮੈਡੀਸਨ ਇਜ਼ ਦਾ ਬੇਸਿਕ ਮੈਡੀਸਨ ਐਂਡ ਅਲਟੀਮੇਟ ਕੀ ਟੂ ਦਾ ਹੈਲਥ। ਬਿਲਕੁਲ ਡਾਕਟਰ ਸਾਹਿਬ, ਇੱਕ ਮੁਸ਼ਕਿਲ ਸਵਾਲ ਪਰਿਵਾਰ ਦੇ ਮੈਂਬਰ ਪੁੱਛਦੇ ਆ। ਉਹ ਮੁਸ਼ਕਿਲ ਇਹ ਆ ਜੀ ਕਿ ਨਹੁੰ ਹੁੰਦੇ ਨਾ ਜੀ, ਨਹੁੰਾਂ ਦੇ ਵਿੱਚ ਨਾ ਚਿੱਟੇ ਚਿੱਟੇ ਦਾਗ ਆਉਣ ਲੱਗ ਜਾਂਦੇ ਆ। ਕਈ ਲੋਕ ਇਹਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੋੜਦੇ ਆ। ਕੋਈ ਕਹਿੰਦੇ ਸ਼ਾਇਦ ਕੋਈ ਫੂਡ ਦੇ ਵਿੱਚ ਕਿਸੇ ਪਾਰਟੀਕੂਲਰ ਚੀਜ਼ ਦੀ ਕਮੀ ਆ। ਇਹਦਾ ਕਾਰਨ ਕੀ ਆ, ਇਹਦਾ ਹੱਲ ਕੀ ਆ, ਤੇ ਕੋਈ ਸੀਰੀਅਸ ਗੱਲਬਾਤ ਹੈ ਜਾਂ ਨਹੀਂ? ਦੇਖੋ, ਨੌ ਜਿਹੜੇ ਨੇ ਅਲਟੀਮੇਟਲੀ ਸਾਡੇ ਕੋਲ ਕੈਲਸ਼ੀਅਮ ਤੇ ਵਿਟਾਮਿਨ D3 ਦੀ ਕਮੀ ਨਹੀਂ ਆਉਣੀ ਚਾਹੀਦੀ। ਜਿੱਥੇ ਕਿਤੇ ਨਹੁੰਾਂ ਦੇ ਉੱਤੇ ਲੀਕਾਂ ਪੈ ਜਾਂਦੀਆਂ, ਚਿੱਟੇ ਧੱਬੇ ਆ ਜਾਂਦੇ ਆ, ਨਹੁੰ ਛੇਤੀ ਭੁਰ ਜਾਂਦੇ ਆ, ਟੁੱਟ ਜਾਂਦੇ ਨੇ, ਉੱਥੇ ਇਹ ਡੈਫੀਸ਼ੀਐਂਸੀ ਜਿਹੜੀ ਕਿ ਵਿਟਾਮਿਨ D ਤੇ ਕੈਲਸ਼ੀਅਮ ਹੈ ਉਹ ਜ਼ਰੂਰ ਲੈਣਾ ਚਾਹੀਦਾ ਹੈ। ਬਹੁਤ ਵਾਰੀ ਫੰਗਲ ਡਿਜ਼ੀਜ਼ਸ ਕਰਕੇ ਇੱਕ 20 ਨੇਲ ਡਿਜ਼ੀਜ਼ ਹੈ ਜਿਹਦਾ ਮਾਡਰਨ ਸਾਇੰਸਿਸ ਕੋਲ ਕਈ ਵਾਰੀ ਜਵਾਬ ਹੀ ਨਹੀਂ ਮਿਲਦਾ। ਸਾਰੇ ਦੇ ਸਾਰੇ ਹੀ ਨਹੁੰ ਕਾਲੇ ਹੋਏ ਨੇ, ਜਾਂ ਕਿਤੇ ਨਹੁੰਾਂ ਦੇ ਨੁੱਕਰਾਂ ਤੇ ਸਾਈਡਾਂ ਤੇ ਪੈਸ ਪੈ ਜਾਂਦੀ ਆ, ਦਰਦ ਹੁੰਦੇ ਆ, ਨਹੁੰ ਖਰਾਬ ਹੋ ਜਾਂਦੇ ਆ, ਕਾਲੇ ਹੋਏ ਹੁੰਦੇ ਆ। ਉਹ ਫੰਗਲ ਡਿਜ਼ੀਜ਼ਸ ਦੇ ਵਿੱਚ ਉੱਥੇ ਮੈਂ ਇਹ ਕਹੂੰਗਾ, ਖਾਸ ਕਰਕੇ ਪੈਰਾਂ ਦੇ ਨਹੁੰ, ਕਿਉਂਕਿ ਸੌਕਸ ਪਾਈਆਂ ਹੁੰਦੀਆਂ, ਸ਼ੂਜ਼ ਪਾਏ ਹੁੰਦੇ ਆ, ਸਾਨੂੰ ਐਕਸਪੋਜ਼ ਹੀ ਨਹੀਂ ਹੁੰਦੇ, ਤੁਰਨਾ ਵੀ ਪੈਂਦਾ, ਕਿਸੇ ਵੇਲੇ ਹਿਊਮਿਡ ਕੰਡੀਸ਼ਨਸ ਵੀ ਹੁੰਦੀਆਂ, ਮੋਇਸਚਰ ਵੀ ਆ ਜਾਂਦਾ ਹੈ। ਉਹਨਾਂ ਕੰਡੀਸ਼ਨ ਦੇ ਵਿੱਚ ਇਹ ਫੰਗਲ ਡਿਜ਼ੀਜ਼ਸ ਨਹੁੰਾਂ ਨੂੰ ਘੇਰ ਲੈਂਦੀਆਂ। ਇਹ ਮੈਂ ਕਹਾਂਗਾ ਕਿ ਯੈਸ, 1 ਚਮਚ ਸਰੋਂ ਦਾ ਤੇਲ, ਅੱਧਾ ਚਮਚ ਹਲਦੀ ਤੇ 1 ਲਸਣ ਦੀ ਤੁਰੀ। ਤੁਹਾਡੇ ਕੋਲ ਤੁਰੀ ਵੱਡੀ ਹੁੰਦੀ ਹੈ, ਉਹਨੂੰ ਅੱਧੀ ਕਰ ਲਓ, ਉਹਦੇ ਸਲਾਈਸਿਸ ਬਣਾ ਕੇ ਇਹਨੂੰ ਸਾੜ ਲਓ। ਸਾੜਨ ਤੋਂ ਬਾਅਦ ਹਲਦੀ ਦਾ ਤੇ ਲਸਣ ਦਾ ਰਸ ਸਰੋਂ ਦੇ ਤੇਲ ਦੇ ਵਿੱਚ ਚਲਾ ਗਿਆ, ਉਹਨੂੰ ਠੰਡਾ ਕਰਕੇ ਉਹਨੂੰ ਅਪਲਾਈ ਕਰੋ ਨੇਲਸ ਦੇ ਉੱਪਰ, ਖਾਸ ਕਰਕੇ ਜਿੱਥੇ ਫੰਗਲ ਡਿਜ਼ੀਜ਼ਸ ਹੈ। ਇੱਕ ਤਾਂ ਡੈਫੀਸ਼ੀਐਂਸੀ ਦੀ ਮੈਂ ਗੱਲ ਦੱਸੀ, ਇੱਕ ਫੰਗਲ ਡਿਜ਼ੀਜ਼ਸ ਨੇ ਜਿੱਥੇ ਕਿਤੇ
ਕਾਲਾ ਹੋਇਆ ਹੋਇਆ ਹੈ, ਤੁਸੀਂ ਵੇਖੋਗੇ ਕੁਝ ਦਿਨਾਂ ਦੇ ਵਿੱਚ ਉਹਦੇ 'ਚ ਬੈਟਰਮੈਂਟ ਆਉਣੀ ਸ਼ੁਰੂ ਹੋ ਗਈ ਹੈ। ਜੇ ਅਸੀਂ ਥੋੜਾ ਜਿਹਾ ਨਿੱਘਾ ਕਰਕੇ, ਥੋੜਾ ਜਿਹਾ ਕੋਸਾ ਕਰਕੇ ਤੇਲ ਰਾਤ ਨੂੰ ਬੰਨ੍ਹ ਦੇਵਾਂਗੇ ਕਾਟਨ ਦੇ ਸਵੈਬ ਨਾਲ, ਉੱਪਰੋਂ ਰੈਪ ਕਰ ਲਓ ਕਿਸੇ ਚੀਜ਼ ਨਾਲ ਤਾਂ ਕਿ ਕੱਪੜੇ ਖਰਾਬ ਨਾ ਹੋਣ, ਤੇ ਤੁਸੀਂ ਆਪਣੇ ਨੇਲਸ ਨੂੰ ਆਪ ਖੁਦ ਕਿਉਰ ਕਰ ਸਕਦੇ ਹੋ। ਤੇ ਜਿੱਥੇ ਕਿਤੇ ਕਮੀਆਂ ਨੇ, ਜਿੱਥੇ ਕਿ ਤੁਸੀਂ ਚਿੱਟੇ ਧੱਬੇ ਆ, ਜਾਂ ਜਿੱਥੇ ਤੁਸੀਂ ਇਹ ਕਹਿੰਦੇ ਹੋ ਕਿ ਉਹਦੇ ਤੇ ਚੁਰੜੀਆਂ ਪੈ ਜਾਂਦੀਆਂ ਨੇਲਸ ਦੇ ਉੱਤੇ, ਉਹ ਵਿਟਾਮਿਨ D3 ਤੇ ਕੈਲਸ਼ੀਅਮ ਹੈ। ਦੁੱਧ ਖੂਬ ਪੀਓ, ਤ੍ਰਿਫਲਾ ਖੂਬ ਖਾਓ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਵਿਟਾਮਿਨ D3 ਕੁਦਰਤ ਤੌਰ ਤੇ ਵੀ ਮਿਲਦੀ ਹੈ ਔਰ ਕੈਲਸ਼ੀਅਮ ਵੀ ਮਿਲਦਾ ਹੈ ਜੀ। ਡਾਕਟਰ ਸਾਹਿਬ, ਇੱਕ ਤੁਸੀਂ ਸ਼ਬਦ ਵਰਤਿਆ ਸੀ ਚਲੀਆ, 40 ਦਿਨਾਂ ਦੇ ਲਈ, ਉਹ ਮੇਰਾ ਖਿਆਲ ਮੋਟਾਪੇ ਨਾਲ ਸੰਬੰਧਿਤ ਆ, ਤੇ ਮੈਂ ਚਾਹੁੰਦਾ ਕਿ ਵੀ ਐਂਡ ਦੇ ਉੱਪਰ ਜੇ ਕੋਈ ਮਿਸ ਕਰ ਗਿਆ ਹੋਵੇ ਤਾਂ ਆਪਾਂ ਉਹਨੂੰ ਫਿਰ ਯਾਦ ਕਰਵਾ ਦਈਏ। ਉਹ ਇੱਕ ਚੀਜ਼ ਬਾਰ ਫਿਰ ਦੱਸ ਦਿਓ ਕਿ ਜੇ ਮੰਨ ਲਓ ਮੋਟਾਪਾ ਹੈ, ਆਪਾਂ ਉਸ ਮੋਟਾਪੇ ਤੋਂ ਬਚਣਾ ਚਾਹੁੰਦੇ ਹਾਂ ਜਾਂ ਪੇਟ ਨਾਲ ਸੰਬੰਧਿਤ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਨਿਜਾਤ ਪਾਉਣੀ ਚਾਹੁੰਦੇ ਹਾਂ, ਤਾਂ 40 ਦਿਨ ਦੇ ਲਈ ਕਿਹੋ ਜਿਹੀ ਖੁਰਾਕ ਖਾਣੀ ਚਾਹੀਦੀ ਹੈ ਜੀ? ਮੋਟਾਪੇ ਵਾਸਤੇ ਵਰਜਿਤ ਚੀਜ਼ਾਂ ਨੇ ਜਿਹੜੀਆਂ, ਉਹ ਹੈਗੀਆਂ ਚੌਲ, ਆਲੂ, ਮਾਂ, ਰਾਜਮਾ ਨਾ ਵਰਤੋ। ਦੂਸਰੀਆਂ ਚੀਜ਼ਾਂ ਦੇ ਵਿੱਚ ਸ਼ਹਿਦ, ਕੇਲਾ, ਅੰਬ, ਦਹੀਂ, ਇਹਦੀ ਵਰਤੋਂ ਨਾ ਕਰੋ। ਸ਼ਹਿਦ ਦੀ ਵਰਤੋਂ ਨਿੰਬੂ ਪਾ ਕੇ ਕਰ ਲਓ, ਦਹੀਂ ਦੀ ਵਰਤੋਂ ਕਾਲੀ ਮਿਰਚ ਪਾ ਕੇ ਕਰ ਲਓ। ਬਾਕੀ ਚੀਜ਼ਾਂ ਤੋਂ ਵਰਜਿਤ ਰਹੋ। ਔਰ ਨਾਲ ਦੀ ਨਾਲ 4 ਚੀਜ਼ਾਂ ਦਾ ਖਿਆਲ ਰੱਖਣਾ ਹੈ ਤੇ ਮਿਰੈਕਲਸਲੀ ਆਪਣਾ weight ਲੂਜ਼ ਕਰੋਗੇ। ਚਿਲੀਆ ਜਿਹਨੂੰ 1.25 ਮਹੀਨਾ ਕਰਨਾ ਹੈ, ਉਹਦੇ ਵਿੱਚ ਸਿਰਫ ਤੇ ਸਿਰਫ ਪਾਣੀ ਪੀ ਸਕਦੇ ਹੋ, 1% ਦਾ ਦੁੱਧ ਪੀ ਸਕਦੇ ਹੋ ਜਿੰਨਾ ਚਾਹੋ। ਕਿਸੇ ਵੀ ਕਿਸਮ ਦੇ ਸੈਲਡਸ ਨੇ ਜਿਹੜੇ, ਉਹ ਤੁਸੀਂ ਖਾ ਸਕਦੇ ਹੋ। ਸਬਜ਼ੀਆਂ ਦਾ ਸੂਪ ਬਣਾ ਕੇ, ਸਬਜ਼ੀਆਂ ਰੋਸਟ ਕਰਕੇ, ਸਬਜ਼ੀਆਂ ਬੋਇਲ ਕਰਕੇ ਖਾ ਸਕਦੇ ਹੋ, ਜਿਹਦੇ ਵਿੱਚ ਆਲੂ, ਕਚਾਲੂ ਤੇ ਅਰਬੀ ਨਹੀਂ ਹੋਏਗੀ। ਉਸ ਤੋਂ ਬਾਅਦ ਫਲਾਂ ਦੀ ਵਾਰੀ ਆਉਂਦੀ ਹੈ, ਕੋਈ 5 ਕਿਸਮ ਦੇ ਫਲ ਜਾਂ ਉਸ ਤੋਂ ਵੱਧ ਤੁਸੀਂ ਖਾ ਸਕਦੇ ਹੋ ਮਿਕਸ ਕਰਕੇ, ਲੇਕਿਨ ਉਹਦੇ ਵਿੱਚ ਅੰਬ ਤੇ ਕੇਲਾ ਨਹੀਂ ਹੋਏਗਾ। ਇਸ ਕਰਕੇ ਸੈਲਡਸ ਦੇ ਵਿੱਚ ਆਲੂ, ਕਚਾਲੂ ਤੇ ਅਰਬੀ ਨਹੀਂ ਹੋਏਗੀ, ਫਰੂਟਸ ਦੇ ਵਿੱਚ ਅੰਬ ਤੇ ਕੇਲਾ ਨਹੀਂ ਹੋਏਗਾ। ਜਿੰਨਾ ਮਰਜ਼ੀ ਖਾ ਲਓ, 40 ਦਿਨਾਂ ਦੇ ਵਿੱਚ ਤੁਸੀਂ ਕਲੀਨਜ਼ਿੰਗ ਵੀ ਕਰ ਲਓਗੇ, ਆਪਣੀ weight loss ਵੀ ਕਰ ਲਓਗੇ, ਵੋਲਿਊਮ ਵੀ ਤੁਹਾਡਾ ਦਰੁਸਤ ਹੋ ਜਾਏਗਾ ਜੀ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਅੱਜ ਫਿਰ ਸਮਾਂ ਕੱਢਿਆ ਜੀ। ਅਗਲੇ ਪ੍ਰੋਗਰਾਮ 'ਚ ਦੁਬਾਰਾ ਮੁਲਾਕਾਤ ਕਰਾਂਗੇ। ਅੱਜ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸ਼ੁਕਰੀਆ, ਮਿਹਰਬਾਨੀ ਤੁਹਾਡੀ। ਸੋ ਇਹ ਸਨ ਜੀ ਡਾਕਟਰ ਅਰੀਦਮਨ ਸਿੰਘ ਮਾਲ ਹੋਰੀ, ਤੇ ਅੱਜ ਜਿੰਨੀਆਂ ਕੁ ਵੀ ਗੱਲਾਂ ਅਸੀਂ ਡਿਸਕਸ ਕੀਤੀਆਂ ਨੇ, ਆਸ ਕਰਦੇ ਹਾਂ ਕਿ ਜਿਹੜੀਆਂ ਗੱਲਾਂ ਡਾਕਟਰ ਸਾਹਿਬ ਨੇ ਦੱਸੀਆਂ ਨੇ ਤੁਸੀਂ ਉਹਨਾਂ ਦਾ ਖਿਆਲ ਰੱਖੋਗੇ ਤੇ ਜ਼ਿੰਦਗੀ 'ਚ ਤੰਦਰੁਸਤ ਰਹੋ ਜੀ, ਖੁਸ਼ ਰਹੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।